नानक घर के गोले। हम अवगुण भरे एक गुण नाही। अमृत छाड़ बिखै बेखो खाई। माया मोह भरम पै भूले। सुत दारा स्यों प्रीत लगाई। एक उत्तम पंथ सुनियो गुर संगत। तेह मलंत जम त्रास मटाई। एक अरदास पाठ कीरत की। गुर रामदास राखो सरनाई। एक अरदास पाठ कीरत की। गुर रामदास राखो सरनाई। सुकाओ टल गुर सेविय ऐनस सहज सुभाए। दर्शन परसिय गुरु के जन्म मरण दुख जाए। सिफत खसमदि नूर अरसों कुरसों चटिया। डिठे सच्चे पातशाह माल जन्म जन्म दी कटिया। डिठे सच्चे पातशाह माल जन्म जन्म दी कटिया। सतनाम श्री वाहिगुरु साहिब जीओ। बिहागड़ा महला पंजवा। संत अन काए रातड़िया। वाट दोहली राम। पाप कमावंदिया तेरा कोई ना बेली राम। कोई ना बेली होए तेरा सदा पछोतावा। गुण गोपाल न जपै रसना फिर कदों से देह आवा। तरवर विचुने ना पात जुड़ते जमग गौन अकेली। बिनवंत नानक बिन नाम हर के सदा फिरत दोहेली। अन काए रातड़िया वाट दोहेली राम। वाहिगुरु जी का खालसा वाहिगुरु जी की फतेह। जुगो जुग अटल पतत पावन सतगुरु गरीब नवाज। गुरु ग्रंथ साहिब जियां दी पवित्र पावन हजूरी अंदर सुभाईमान हो रही गुरु की संगत आप संगतां ने सतगुरां दी इलाही गुरबाणी दे कीर्तन दियां दातां सरवण करके मिलिया होया समां ते सवास सफले बनाए ने। इस वेले लड़ीवार गुरबाणी दी विचार जो आपां अमृत वेले सरवण करते आ रहे हाँ। आओ कुछ समय लई अपने मन नूं टकाईए गुरु चरणां दे अंदर। बड़ी भावना दे नाल शरधा दे नाल सतगुरां दे जो अगमी बचन ਹਨ इन्हां नूं सरवण करिए तां कि साडा मनुखा जन्म है साडा शरीर सफला हो जावे। आओ मिल के बड़ी भावना दे नाल आखिए सतनाम श्री वाहिगुरु साहिब जी। सतनाम श्री वाहिगुरु साहिब जीओ।
ਬਿਹਾਗੜਾ ਮਹਲਾ ਪੰਜਵਾ ਛੰਤ। ਬਿਹਾਗੜਾ ਰਾਗ ਦਾ ਨਾਮ ਹੈ ਅਤੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਛੰਤ ਇੱਥੇ ਬਖਸ਼ਿਸ਼ ਕਰ ਰਹੇ ਨੇ। ਇਹ ਸ਼ਬਦ ਆਪਾਂ 546 ਅੰਗ ਦੇ ਉੱਪਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਦਰਜ ਕੀਤਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਬਖਸ਼ਿਸ਼ ਕਰਦੇ ਹਨ। ਅਨ ਕਾਇ ਰਾਤੜਿਆ ਵਾਟ ਦੁਹੇਲੀ ਰਾਮ। ਜੀ ਫਰਮਾਉਂਦੇ ਨੇ ਅਨ ਨਾਮ ਗੁਰਮੁਖੋ ਹੈ ਦਵੈਤ ਦਾ। ਮਹਾਰਾਜ ਕਹਿਣ ਲੱਗੇ ਦਵੈਤ ਭਾਵਨਾ ਵਿੱਚ ਲੱਗ ਕੇ, ਈਰਖਾ ਦੇ ਵਿੱਚ ਲੱਗ ਕੇ, ਮੋਹ ਦੇ ਵਿੱਚ ਲੱਗ ਕੇ ਰਾਤੜਿਆ ਬੜਾ ਰੰਗਿਆ ਹੋਇਆ ਹੈ। ਤੈਨੂੰ ਈਰਖਾ ਕਰਨੀ ਬੜੀ ਚੰਗੀ ਲੱਗਦੀ ਹੈ, ਮੋਹ ਕਰਨਾ ਬੜਾ ਚੰਗਾ ਲੱਗਦਾ। ਕਿਉਂ ਇਹਨਾਂ ਗੱਲਾਂ ਵਿੱਚ ਰੰਗਿਆ ਹੋਇਆ? ਕਿਉਂ ਇਹਨਾਂ ਗੱਲਾਂ ਦਾ ਰੰਗ ਆਪਣੇ ਉੱਪਰ ਚਾੜਿਆ ਹੋਇਆ? ਤੇ ਪਾਤਸ਼ਾਹ ਕਹਿਣ ਲੱਗੇ ਵਾਟ ਦੁਹੇਲੀ ਰਾਮ। ਅੱਗੇ ਜਮਾਂ ਦਾ ਜਿਹੜਾ ਰਸਤਾ ਨਾ, ਜਮਾਂ ਦੀ ਡੰਡੀ ਜਿੱਥੋਂ ਚੱਲ ਕੇ ਜਾਣਾ, ਉਹ ਬੜਾ ਦੁਖਦਾਈ ਹੈ, ਬੜਾ ਕਠਿਨ ਹੈ। ਉਹ ਰਸਤਾ ਜਿਸ ਰਸਤੇ ਤੋਂ ਤੈਨੂੰ ਜਮਾਂ ਨੇ ਲੈ ਕੇ ਜਾਣਾ ਹੈ। ਅੰਨ ਕਾਏ, ਅੰਨ ਤੋਂ ਭਾਵ ਹੈ ਦਵੈਤ, ਈਰਖਾ, ਮੋਹ। ਇਹਨਾਂ ਵਿੱਚ ਲੱਗਾ ਹੋਇਆ ਹੈ, ਤੈਨੂੰ ਚੰਗੇ ਲੱਗਦੇ ਨੇ, ਬੜਾ ਇਹਨਾਂ ਵਿੱਚ ਰੰਗਿਆ ਹੋਇਆ। ਕਈ ਵਾਰੀਆਂ ਆਪਾਂ ਇਹ ਗੱਲ ਕਹਿ ਦਿੰਦੇ ਕਿ ਇਹ ਵਿਅਕਤੀ ਬੜੀ ਨਿੰਦਿਆ ਕਰਦਾ ਹੈ, ਉਹਨੂੰ ਸਮਝਾਉਣ ਦਾ ਯਤਨ ਕਰੀਦਾ, ਪਰ ਨਹੀਂ। ਇੱਕ ਵਾਰੀ ਤੇ ਉਹ ਕਹਿ ਦੇਵੇਗਾ ਵੀ ਠੀਕ ਹੈ ਮੈਂ ਇਹ ਕੰਮ ਨਹੀਂ ਕਰਾਂਗਾ, ਪਰ ਨਿਕਲ ਨਹੀਂ ਸਕੇਗਾ। ਕੋਈ ਵਿਅਕਤੀ ਬੜੀ ਈਰਖਾ ਕਰਦਾ ਹੈ ਤੇ ਇੱਕ ਵਾਰੀ ਤੇ ਉਸ ਨੂੰ ਸਮਝਾਵਾਂ ਵੀ ਈਰਖਾ ਨਾ ਕਰਿਆ ਕਰ, ਸਮਝ ਜਾਏਗਾ ਪਰ ਛੱਡੇਗਾ ਨਹੀਂ। ਕੋਈ ਮੋਹ ਵਿੱਚ ਪਿਆ ਹੋਇਆ, ਉਸ ਨੂੰ ਸਮਝਾਇਆ ਜਾਏਗਾ, ਇੱਕ ਵਾਰੀ ਉਹ ਮੰਨ ਜਾਏਗਾ ਠੀਕ ਹੈ, ਪਰ ਅਸਲ ਵਿੱਚ ਛੱਡ ਨਹੀਂ ਸਕੇਗਾ। ਮਹਾਰਾਜ ਕਹਿਣ ਲੱਗੇ ਇੰਨਾ ਰੰਗਿਆ ਗਿਆ ਹੈ, ਇੰਨਾ ਫਸ ਗਿਆ ਸੰਸਾਰ ਦੀ ਮੋਹ ਮਮਤਾ ਦੇ ਵਿੱਚ, ਇਸ ਨੂੰ ਇਹ ਗੱਲ ਭੁੱਲ ਹੀ ਗਈ ਹੈ ਕਿ ਵਾਟ ਦੁਹੇਲੀ ਰਾਮ। ਜਿਹੜਾ ਜਮਾਂ ਦਾ ਰਸਤਾ ਹੈ ਨਾ, ਵਾਟ ਉਹ ਬੜੀ ਔਖੀ ਹੈ ਲੰਘ ਕੇ ਜਾਣੀ। ਉਹ 'ਤੇ ਬੜੀ ਭਾਰੀ ਮਾਰ ਪੈਂਦੀ ਹੈ, ਬੜਾ ਦੁੱਖ ਹੁੰਦਾ ਹੈ, ਪਰ ਇਸ ਨੂੰ ਉਹ ਦੁੱਖ ਭੁੱਲ ਚੁੱਕਿਆ ਹੈ। ਫਿਰ ਬਖਸ਼ਿਸ਼ ਕਰਦੇ ਹਨ। ਅਨ ਕਾਇ ਰਾਤੜਿਆ ਵਾਟ ਦੁਹੇਲੀ ਰਾਮ। ਇਹ ਤੋਂ ਭਾਵ ਹੁੰਦਾ ਬਹੁਤੇ ਪਦਾਰਥਾਂ ਵਿੱਚ ਤੂੰ ਇਸ ਵੇਲੇ ਰਾਤਿਆ ਰੰਗਿਆ ਗਿਆ ਹੈ। ਤੈਨੂੰ ਬਹੁਤੇ ਪਦਾਰਥਾਂ ਦਾ ਮੋਹ ਪੈ ਗਿਆ ਕਿ ਮੇਰੇ ਘਰ ਵਿੱਚ ਇਹ ਵੀ ਹੋਣਾ ਚਾਹੀਦਾ, ਇਹ ਵਸਤੂ ਹੋਣੀ ਚਾਹੀਦੀ ਹੈ, ਇਹ ਪਦਾਰਥ ਹੋਣਾ ਚਾਹੀਦਾ। ਜਿਵੇਂ ਜਿਵੇਂ ਘਰ ਵੱਡਾ ਹੁੰਦਾ ਗਿਆ ਉਵੇਂ ਉਵੇਂ ਪਦਾਰਥਾਂ ਦੀ ਮੰਗ ਵੀ ਵੱਧਦੀ ਗਈ। ਜਿਵੇਂ ਜਿਵੇਂ ਸੰਸਾਰ ਵਿੱਚ ਅਮੀਰ ਹੁੰਦਾ ਗਿਆ ਉਵੇਂ ਉਵੇਂ ਪਦਾਰਥ ਵੀ ਵੱਡੇ ਤੇ ਬਹੁਤੇ ਆ ਗਏ। ਪਾਤਸ਼ਾਹ ਕਹਿਣ ਲੱਗੇ ਅਨ ਕਾਏ, ਬਹੁਤੇ ਪਦਾਰਥਾਂ ਵਿੱਚ ਰਾਤੜਿਆ ਰੰਗਿਆ ਹੋਇਆ ਬੰਦਿਆ, ਜਦੋਂ ਦੁਨੀਆ ਛੱਡ ਕੇ ਜਾਣੀ ਹੈ ਨਾ, ਜਿੰਨੇ ਪਦਾਰਥ ਤੂੰ ਇਕੱਠੇ ਕੀਤੇ ਨੇ ਨਾਲ ਕੋਈ ਨਹੀਂ ਉਹਨੇ ਬਣਾਉਂਦਾ ਤੇ ਰਿਹਾ ਕਿ ਮੈਂ ਫਲਾਣੇ ਦੇ ਘਰ ਗਿਆ, ਉੱਥੇ ਫਲਾਣੀ ਚੀਜ਼ ਪਈ ਬੜੀ ਚੰਗੀ ਲੱਗਦੀ ਸੀ, ਮੈਂ ਵੀ ਲੈ ਕੇ ਆਵਾਂਗਾ, ਲੈ ਆਂਦੀ। ਕਿਸੇ ਦੂਜੇ ਦੇਸ਼ ਵਿੱਚ ਚਲਾ ਗਿਆ, ਵਿਦੇਸ਼ ਵਿੱਚ ਚਲਾ ਗਿਆ, ਉੱਥੋਂ ਦੀਆਂ ਸੋਹਣੀਆਂ ਸੋਹਣੀਆਂ ਵਸਤੂਆਂ ਲਿਆ ਕੇ ਆਪਣੇ ਘਰ ਦੇ ਵਿੱਚ ਜੋੜਦਾ, ਫਿਰ ਬੜਾ ਮੋਹ ਕਰਦਾ ਵੀ ਇਹ ਵਸਤੂ ਮੇਰੀ ਹੈ, ਇਹਨੂੰ ਹੱਥ ਕੋਈ ਨਾ ਲਾਵੇ, ਇਹ ਮੈਂ ਲੈ ਕੇ ਆਇਆ ਸੀ, ਇਹ ਮੇਰੀ ਨਿਸ਼ਾਨੀ ਹੈ, ਮੇਰੇ ਬਾਪ ਦੀ, ਮੇਰੇ ਦਾਦੇ ਦੀ, ਪੜਦਾਦੇ ਦੀ, ਇਹਨੂੰ ਹੱਥ ਕੋਈ ਨਾ ਲਾਵੇ ਮੇਰੇ ਤੋਂ ਬਿਨਾਂ। ਇੰਨਾ ਮੋਹ ਪਾ ਕੇ ਬੈਠ ਗਿਆ। ਪਾਤਸ਼ਾਹ ਕਹਿਣ ਲੱਗੇ ਵਾਟ ਦੁਹੇਲੀ ਰਾਮ। ਜਮਾਂ ਦਾ ਰਸਤਾ ਬੜਾ ਔਖਾ, ਜਿਸ ਮੋਹ ਵਿੱਚ ਪੈ ਗਿਆ ਮੋਹ ਛੱਡਣਾ ਬੜਾ ਔਖਾ ਹੈ। ਕਹਿਣ ਲੱਗੇ ਇੱਕ ਰਿਖੀ ਮਹਾਤਮਾ ਜਿਹੜੇ ਜੰਗਲ ਵਿੱਚ ਰਹਿੰਦੇ ਸਨ ਤੇ ਕੀ ਵੇਖਦੇ ਨੇ ਵੀ ਸ਼ਿਕਾਰੀ ਜਿਹੜੇ ਸਨ ਇੱਕ ਹਿਰਨ ਦੇ ਬੱਚੇ ਦਾ ਸ਼ਿਕਾਰ ਕਰਨ ਵਾਸਤੇ ਨਿਕਲੇ। ਉਹਨਾਂ ਨੇ ਹਿਰਨ ਦੇ ਬੱਚੇ ਨੂੰ ਜ਼ਖਮੀ ਕਰ ਲਿਆ, ਫੱਟੜ 'ਤੇ ਕਰ ਲਿਆ। ਇੰਨੇ ਚਿਰ ਨੂੰ ਰਿਖੀ ਦੀ ਨਜ਼ਰ ਪੈ ਗਈ ਤੇ ਉਸ ਨੇ ਜਾ ਕੇ ਉਸ ਬੱਚੇ ਨੂੰ, ਹਿਰਨ ਦੇ ਨੂੰ ਬਚਾਇਆ। ਉਹ ਜਿਹੜੇ ਸ਼ਿਕਾਰ ਕਰਨ ਵਾਲੇ ਸਨ ਉਹ ਰਿਖੀ ਨੂੰ ਆਇਆ ਵੇਖ ਕੇ ਦੌੜ ਗਏ। ਕਹਿਣ ਲੱਗੇ ਰਿਖੀ ਦਾ ਉਸ ਹਿਰਨ ਦੇ ਬੱਚੇ ਨਾਲ ਇੰਨਾ ਮੋਹ ਪੈ ਗਿਆ ਕਿ ਦਿਨੇ ਰਾਤ ਉਹਦੀ ਪਾਲਣਾ ਪੋਸ਼ਣਾ ਕਰਦਾ, ਉਹਨੂੰ ਆਪਣੇ ਆਸ਼ਰਮ ਦੇ ਵਿੱਚ ਰੱਖਦਾ, ਬੜੀ ਨਿਗਰਾਨੀ ਤੇ ਬੜਾ ਧਿਆਨ ਰੱਖਦਾ। ਦਿਨੇ ਰਾਤ ਉਹਦੇ ਨਾਲ ਹੀ ਮਸਤ ਹੋਇਆ ਰਹਿੰਦਾ, ਉਹਦੇ ਨਾਲ ਹੀ ਪ੍ਰੇਮ ਕਰਦਾ ਰਹਿੰਦਾ। ਇੱਕ ਦਿਨ ਐਸਾ ਆਇਆ ਕਿ ਇਹ ਰਿਖੀ ਜਿਹੜਾ ਆਪਣੇ ਆਸ਼ਰਮ ਦੇ ਵਿੱਚ ਬੈਠਾ ਹੋਇਆ ਤੇ ਹਿਰਨ ਦਾ ਬੱਚਾ
ਦੌੜਦਾ ਹੋਇਆ, ਟੱਪਦਾ ਹੋਇਆ, ਚਰਦਾ ਹੋਇਆ ਜੰਗਲ ਵਿੱਚ ਚਲਾ ਗਿਆ। ਜੰਗਲ ਵਿੱਚ ਸ਼ਿਕਾਰੀ ਤੁਰੇ ਫਿਰਦੇ ਸਨ ਅਤੇ ਉਹਨਾਂ ਸ਼ਿਕਾਰੀਆਂ ਨੇ ਇਸ ਹਿਰਨ ਦੇ ਬੱਚੇ ਦਾ ਸ਼ਿਕਾਰ ਕਰ ਲਿਆ। ਅਤੇ ਜਦੋਂ ਰਿਖੀ ਨੂੰ ਪਤਾ ਲੱਗਾ ਵੀ ਜਿਸ ਹਿਰਨ ਨੂੰ ਮੈਂ ਪਾਲਿਆ ਸੀ ਉਹਦਾ ਸ਼ਿਕਾਰ ਹੋ ਗਿਆ, ਉਹ ਮਰ ਗਿਆ, ਇੰਨੀ ਗੱਲ ਸੁਣਦਿਆਂ ਅਤੇ ਵੇਖਦਿਆਂ ਹੌਕੇ ਦੇ ਨਾਲ ਉਹ ਰਿਖੀ ਮਰ ਗਿਆ। ਮਹਾਰਾਜ ਕਹਿਣ ਲੱਗੇ, ਭਾਈ ਤੂੰ ਇੰਨਾ ਰੰਗਿਆ ਗਿਆ ਪਦਾਰਥ ਦੇ ਨਾਲ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਇਹਨੂੰ ਤੇ ਵੇਖ ਕੇ ਅਟੈਕ ਹੋ ਗਿਆ ਹੈ, ਇਹ ਜਰ ਨਹੀਂ ਸਕਿਆ, ਕਿਉਂਕਿ ਅਸੀਂ ਉਸ ਪਦਾਰਥ ਦੇ ਮੂੰਹ ਵਿੱਚ ਇੰਨੇ ਪੈ ਗਏ ਹਾਂ, ਸਾਨੂੰ ਭੁੱਲ ਹੀ ਗਿਆ ਵੀ ਜਮਾਂ ਦਾ ਰਸਤਾ ਬੜਾ ਔਖਾ, ਬੜਾ ਕਠਿਨ ਹੈ, ਜਿੱਥੋਂ ਲੰਘ ਕੇ ਜਾਣਾ ਹੈ। ਸਤਿਗੁਰੂ ਜੀ ਇੱਥੇ ਬਖਸ਼ਿਸ਼ ਕਰਦੇ ਕਹਿਣ ਲੱਗੇ, ਤੂੰ ਘਰ ਦੇ ਵਿੱਚ ਜੀਵ ਜੰਤੂਆਂ ਨੂੰ ਪਾਲਦਾ, ਇੰਨਾ ਮੋਹ ਨਾ ਜੰਤੂਆਂ ਜੀਵਾਂ ਨਾਲ ਪਾ ਲੈਣਾ, ਘਰ ਦੇ ਪਦਾਰਥਾਂ ਦੇ ਨਾਲ, ਵਸਤੂਆਂ ਦੇ ਨਾਲ ਇੰਨਾ ਮਸਤ ਹੋ ਜਾਣਾ, ਤੈਨੂੰ ਇਹ ਭੁੱਲ ਹੀ ਜਾਂਦਾ ਕਿ ਮੈਂ ਦੁਨੀਆ ਛੱਡ ਕੇ ਜਾਣੀ ਹੈ, ਜਮਾਂ ਦੇ ਰਸਤੇ 'ਤੇ ਤੁਰਨਾ। ਵਾਟ ਦੁਹੇਲੀ ਰਾਮ, ਉਹ ਜਿਹੜੀ ਵਾਟ ਰਸਤਾ ਹੈ ਨਾ ਜਿੱਥੇ ਜਾਣਾ, ਪੱਗ ਡੰਡੀ ਜਮਾਂ ਵਾਲੀ, ਬੜੀ ਔਖੀ ਹੈ ਜੇ ਨਾਮ ਨਹੀਂ ਜਪਿਆ। ਘਰ ਚੰਗਾ ਲੱਗਦਾ, ਘਰ ਦੀਆਂ ਵਸਤੂਆਂ ਚੰਗੀਆਂ ਲੱਗਦੀਆਂ, ਪਦਾਰਥ ਚੰਗੇ ਲੱਗਦੇ ਨੇ, ਜੀਵ ਜੰਤੂ ਸੋਹਣੇ ਲੱਗਦੇ ਨੇ, ਪਰ ਇਹਨਾਂ ਵਿੱਚ ਇੰਨਾ ਵੀ ਨਾ ਫਸ ਜਾ ਵੀ ਜਦੋਂ ਤੈਨੂੰ ਛੱਡ ਕੇ ਜਾਣਾ ਪਵੇ ਤੈਨੂੰ ਓਨਾ ਵੱਧ ਰੋਣਾ ਪਵੇ, ਓਨਾ ਵੱਧ ਦੁਖੀ ਹੋਣਾ ਪਵੇ। ਐਸੀ ਤੇਰੀ ਹਾਲਤ ਹੁੰਦੀ ਹੈ। ਪਾਪ ਕਮਾਉਂਦਿਆ ਤੇਰਾ ਕੋਈ ਨਾ ਬੇਲੀ ਰਾਮ। ਪਾਤਸ਼ਾਹ ਕਹਿਣ ਲੱਗੇ, ਹੁਣ ਪਾਪ ਤੇ ਕਰਦਾ ਹੈ, ਪਰ ਪਾਪ ਕਰਨ ਵਾਲਿਆ ਜਦੋਂ ਦੁਨੀਆ ਛੱਡ ਕੇ ਤੁਰੇਗਾ ਤੇਰਾ ਮਿੱਤਰ ਕਿਸੇ ਨਹੀਂ ਉਹ ਬਣਨਾ। ਤੇਰੀ ਘਰਵਾਲੀ ਨੇ ਇਹ ਨਹੀਂ ਕਹਿਣਾ ਵੀ ਤੂੰ ਮੇਰੇ ਬਦਲੇ ਪਾਪ ਕੀਤਾ ਤੇ ਚੱਲ ਮੈਂ ਪਾਪ ਵੰਡਾ ਲਵਾਂ। ਤੇਰੇ ਪੁੱਤਰਾਂ ਨੇ ਇਹ ਨਹੀਂ ਉਹ ਕਹਿਣਾ ਵੀ ਤੂੰ ਸਾਡੇ ਵਾਸਤੇ ਪਾਪ ਕਰਦਾ ਰਿਹਾ, ਮੈਂ ਤੇਰੇ ਨਾਲ ਹਿੱਸਾ ਵੰਡਾ ਲਵਾਂ। ਨਹੀਂ, ਪਾਪ ਕਮਾਉਂਦਿਆ, ਇਹ ਪਾਪ ਕਰਨ ਵਾਲੇ ਬੰਦਿਆ, ਤੇਰਾ ਕੋਈ ਨਾ ਬੇਲੀ ਰਾਮ, ਜਦੋਂ ਦੁਨੀਆ ਛੱਡ ਕੇ ਤੁਰੇਗਾ ਤੇਰੇ ਪਾਪ ਦੇ ਵਿੱਚ ਹਿੱਸਾ ਨਹੀਂ ਉਹ ਕਿਸੇ ਨੇ ਵੰਡਾਉਣਾ। ਦੁਨੀਆ ਵਿੱਚ ਤੇਰਾ ਕੋਈ ਮਿੱਤਰ ਨਹੀਂ ਹੋ ਜਿਹਨੇ ਤੇਰੇ ਪਾਪ ਦੇ ਵਿੱਚ ਆਖਣਾ ਵੀ ਮੈਂ ਵੀ ਇਹਦੇ ਵਿੱਚ ਸ਼ਾਮਲ ਹਾਂ। ਨਹੀਂ, ਤੇਰਾ ਕੋਈ ਬੇਲੀ ਮਿੱਤਰ ਨਹੀਂ ਸੰਸਾਰ ਵਿੱਚ, ਨਾ ਤੈਨੂੰ ਕੋਈ ਰੱਖਣ ਵਾਲਾ, ਨਾ ਤੇਰੀ ਸਜ਼ਾ ਨੂੰ ਆਪਣੇ ਉੱਪਰ ਕੋਈ ਲੈਣ ਵਾਲਾ ਕੋਈ ਨਹੀਂ ਹੈ। ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵਾ। ਗੱਲ ਬਹੁਤੀ ਜ਼ਰੂਰੀ ਹੋਵੇ ਨਾ, ਮਾਂ-ਬਾਪ ਆਪਣੇ ਬੱਚੇ ਨੂੰ ਸਮਝਾਉਂਦੇ ਨੇ, ਪਰ ਕੁਝ ਗੱਲਾਂ ਉਹ ਹੁੰਦੀਆਂ ਜਿਹੜੀਆਂ ਬੜੀ ਜ਼ਰੂਰੀ ਹੁੰਦੀਆਂ, ਉਹ ਵਾਰ-ਵਾਰ ਸਮਝਾਉਣੀਆਂ ਪੈਂਦੀਆਂ, ਵਾਰ-ਵਾਰ ਕਹਿਣਾ ਪੈਂਦਾ ਵੀ ਆਹ ਕੰਮ ਨਾ ਬਿਲਕੁਲ ਕਰੀ। ਕਰਨੇ ਤੇ ਬਾਕੀ ਵੀ ਨਹੀਂ ਤੂੰ, ਪਰ ਆਹ ਜਿਹੜੇ 2-4 ਤੈਨੂੰ ਕੰਮ ਆਖੇ ਨੇ ਇਹ ਤੇ ਬਿਲਕੁਲ ਸੁਪਨੇ ਵਿੱਚ ਵੀ ਸੋਚਣਾ ਨਹੀਂ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਉਹਨਾਂ ਬਚਨਾਂ ਨੂੰ ਦੁਬਾਰਾ ਫਿਰ ਲਿਖਦੇ ਪਏ, ਕਹਿਣ ਲੱਗੇ, ਕੋਈ ਨਾ ਬੇਲੀ ਹੋਏ ਤੇਰਾ। ਇਹ ਦੁਬਾਰਾ ਤੈਨੂੰ ਕਹਿੰਦੇ ਪਿਆ ਵੀ ਤੇਰਾ ਮਿੱਤਰ ਨਹੀਂ ਉਹ ਕਿਸੇ ਨੇ ਬਣਨਾ। ਇਹ ਮਤਾ ਸੋਚੀ ਵੀ ਮੇਰਾ ਪਰਿਵਾਰ ਮੇਰੇ ਨਾਲ ਚੱਲੇਗਾ, ਉਹ ਜਾ ਕੇ ਇਹ ਗੱਲ ਕਹੇਗਾ ਵੀ ਇਹਨੇ ਸਾਡੇ ਵਾਸਤੇ ਪਾਪ ਕੀਤਾ ਤੇ ਇਹਨੂੰ ਛੱਡ ਦਿੱਤਾ ਜਾਏ। ਨਹੀਂ, ਤੇਰਾ ਮਿੱਤਰ ਕੋਈ ਨਹੀਂ ਉਹ ਸੰਸਾਰ ਵਿੱਚੋਂ ਕਿਸੇ ਨੇ ਨਹੀਂ ਉਹ ਨਾਲ ਤੁਰਨਾ। ਤੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਸਦਾ ਪਛੋਤਾਵਹਿ, ਪਛਤਾਵਾ ਹੀ ਪਛਤਾਵਾ ਕੋਲ ਲੈ ਜਾਣਾ। ਜਦੋਂ ਜਾਮ ਫੜ ਕੇ ਅੱਗੇ ਲਾਉਣਗੇ ਨਾ, ਜਮਾਂ ਦੇ ਰਸਤੇ 'ਤੇ ਤੁਰਿਆ ਜਾਂਦਾ ਪਛਤਾਉਂਦਾ ਹੀ ਜਾਏਗਾ, ਪਰ ਉਸ ਵੇਲੇ ਹੱਥ ਕੁਝ ਨਹੀਂ ਆਉਣਾ ਹੈ। ਗੁਣ ਗੋਪਾਲ ਨਾ ਜਪੈ ਰਸਨਾ, ਫਿਰ ਕਦੋਂ ਸੇ ਦੇਹ ਆਵਾ। ਅੱਜ ਕਹਿਣ ਲੱਗੇ, ਹੁਣ ਤੇ ਗੋਪਾਲ ਦੇ ਗੁਣਾਂ ਨੂੰ ਤੂੰ ਗਾਉਂਦਾ ਨਹੀਂ। ਆਪਾਂ ਕਿਸੇ ਨੂੰ ਆਖੀਏ ਨਾ ਵੀ ਚਲੋ ਭਾਈ ਨਿਤਨੇਮ ਕਰ ਲਾ, ਕਹਿਣ ਲੱਗਾ ਟਾਈਮ ਨਹੀਂ ਹੈ। ਚਲੋ ਭਾਈ ਨਾਮ ਜਪੀਏ, ਸਮਾਂ ਨਹੀਂ ਹੈ। ਮੈਂ ਤੇ ਇਹ ਕੰਮ ਕਰਨਾ, ਮੈਂ ਤੇ ਉਹ ਕੰਮ ਕਰਨਾ, ਮੈਂ ਤੇ ਨੌਕਰੀ 'ਤੇ ਜਾਣਾ, ਮੈਂ ਤੇ ਬਿਜ਼ਨਸ 'ਤੇ ਜਾਣਾ, ਮੈਂ ਤੇ ਦੇਸ਼ ਵਿਦੇਸ਼ ਵਿੱਚ ਜਾਣਾ ਹੈ। ਪਾਤਸ਼ਾਹ ਕਹਿਣ ਲੱਗੇ, ਗੁਣ ਗੋਪਾਲ ਨਾ ਜਪੇ ਰਸਨਾ। ਹੁਣ ਤੇਰੀ ਜ਼ੁਬਾਨ ਰੱਬ ਦਾ ਨਾਮ ਲੈਣ ਤੋਂ ਬੜਾ ਕਤਰਾਉਂਦੀ ਹੈ, ਨਹੀਂ ਜਪਦਾ ਜ਼ੁਬਾਨ ਦੇ ਨਾਲ ਨਾਮ। ਪਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਕਹਿਣ ਲੱਗੇ, ਫਿਰ ਕਦੋਂ ਸੇ ਦੇਹ ਆਵੇ। ਇਹ ਫਿਰ ਦਿਨ ਕਦੋਂ ਆਉਣਗੇ? ਦੁਬਾਰਾ ਆਉਣਗੇ ਤੇਰੇ ਹੱਥ ਵਿੱਚ। ਜਿਹੜਾ ਦਿਨ ਅੱਜ ਲੰਘ ਗਿਆ, ਕੀ ਇਹ ਕੱਲ੍ਹ ਨੂੰ ਤੇਰੇ ਹੱਥ ਵਿੱਚ ਦੁਬਾਰਾ ਆਵੇਗਾ? ਨਹੀਂ ਆਵੇਗਾ। ਜਿਹੜਾ ਸਮਾਂ ਇੱਕ ਵਾਰੀ ਤੇਰੇ ਹੱਥੋਂ ਨਿਕਲ ਗਿਆ ਨਾ, ਉਹ ਦੁਬਾਰਾ ਤੇਰੇ ਹੱਥ ਵਿੱਚ ਨਹੀਂ ਆਉਣਾ। ਇਹ ਗੱਲ ਨੂੰ ਚੰਗੀ ਤਰ੍ਹਾਂ ਆਪਣੇ ਪੱਲੇ ਬੰਨ੍ਹ ਲਾ। ਹੁਣ ਤੇ ਆਖਦਾ ਵੀ ਨਾਮ ਜਪਣ ਦਾ ਟਾਈਮ ਕੋਈ ਨਹੀਂ ਹੈ, ਸੰਗਤ ਵਿੱਚ ਆਉਣ ਦਾ ਮੇਰੇ ਕੋਲ ਸਮਾਂ ਕੋਈ ਨਹੀਂ ਹੈ, ਮੈਂ ਨਾਮ ਨਹੀਂ ਜਪ ਸਕਦਾ, ਮੈਂ ਨਿਤਨੇਮ ਨਹੀਂ ਕਰ ਸਕਦਾ। ਪਰ ਇਹ ਬਚਨ ਆਪਣੇ ਪੱਲੇ ਬੰਨ, ਫਿਰ ਕਦੋਂ ਸੇ ਦੇਹ ਆਵਹਿ।
ਇਹ ਦਿਨ ਮੁੜ ਕੇ ਕਦੋਂ ਤੇਰੇ ਕੋਲ ਆਉਣਗੇ? ਬਿਲਕੁਲ ਨਹੀਂ ਆਉਣੇ। ਇਸ ਗੱਲ ਨੂੰ ਯਾਦ ਰੱਖਣਾ ਕਰ। ਤਰਵਰ ਵਿਛੁੰਨੈ ਨਾ ਪਾਤ ਜੁੜਤੇ, ਜਮਗ ਗੌਣ ਹਕੇਲੀ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਕਹਿਣ ਲੱਗੇ, ਇੱਕ ਉਦਾਹਰਨ ਤੈਨੂੰ ਦਿੰਦੇ ਆ। ਜਦੋਂ ਬੱਚਾ ਸਮਝਦਾ ਨਾ ਹੋਵੇ, ਵਾਰ-ਵਾਰ ਗਲਤੀ ਕਰੇ, ਤੇ ਫਿਰ ਮਾਂ-ਬਾਪ ਜਿਹੜਾ ਸਿਆਣਾ ਵਿਅਕਤੀ ਹੈ ਨਾ, ਬਜ਼ੁਰਗ, ਉਹ ਸਮਝਾਉਂਦਾ ਵੀ ਚੱਲ ਮੈਂ ਤੈਨੂੰ ਫਿਰ ਇੱਕ ਉਦਾਹਰਨ ਦਿੰਦਾ, ਦੁਨੀਆਦਾਰੀ ਦੀ ਸਮਝ ਲੱਗ ਜਾਵੇ। ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਵੀ ਇਹ ਦਿਨ ਹੱਥ ਵਿੱਚ ਨਹੀਂ ਆਉਣੇ। ਪਰ ਕਿਵੇਂ ਸਮਝਾਉਣ ਲੱਗੇ? ਕਹਿਣ ਲੱਗੇ ਤਰਵਰ ਵਿਛੁੰਨੇ। ਤਰਵਰ ਨਾਮ ਹੈ ਰੁੱਖ ਦਾ, ਤੇ ਵਿਛੁੰਨੇ ਨਾਮ ਹੈ ਟੁੱਟੇ ਹੋਏ। ਰੁੱਖ ਦੇ ਨਾਲੋਂ ਟੁੱਟੇ ਹੋਏ ਪੱਤੇ ਕਦੇ ਵੀ ਦੁਬਾਰਾ ਰੁੱਖ ਦੇ ਨਾਲ ਜੁੜਦੇ ਨਹੀਂ। ਜੇ ਕੋਈ ਬੰਦਾ ਯਤਨ ਕਰੇ ਨਾ, ਅੱਜ ਸਾਇੰਸ ਆ ਗਈ ਹੈ, ਨਵਾਂ ਯੁੱਗ ਆ ਗਿਆ, ਨਕਲੀ ਫੁੱਲ ਤੇ ਤਿਆਰ ਹੋ ਜਾਂਦਾ, ਨਕਲੀ ਫੁੱਲ ਤੇ ਫਿਰ ਡਾਲੀ ਨਾਲ ਲੱਗ ਜਾਂਦਾ। ਪਰ ਇੰਨੀ ਤਰੱਕੀ ਹੋ ਗਈ ਹੈ, ਪਰ ਜਿਹੜਾ ਰੁੱਖ ਦੇ ਨਾਲੋਂ, ਅਸਲੀ ਰੁੱਖ ਦੇ ਨਾਲੋਂ ਟੁੱਟਿਆ ਹੋਇਆ ਫੁੱਲ ਜਾਂ ਪੱਤਾ ਦੁਬਾਰਾ ਉਹਦੇ ਨਾਲ ਜੁੜ ਨਹੀਂ ਸਕੇਗਾ। ਤਰਵਰ ਵਿਛੁੰਨੇ ਨਹਿ ਪਾਤ ਜੁੜਤੇ। ਪਾਤ ਪੱਤੇ ਜਿਹੜੇ ਰੁੱਖ ਦੇ ਨਾਲੋਂ ਟੁੱਟੇ ਹੋਏ ਦੁਬਾਰਾ ਨਹੀਂ ਉਹ ਜੁੜਨੇ। ਇਸੇ ਤਰ੍ਹਾਂ ਬੰਦਿਆ, ਨਿਕਲ ਗਏ ਦਿਨ, ਦੁਬਾਰਾ ਤੈਨੂੰ ਪ੍ਰਾਪਤ ਨਹੀਂ ਹੋਣੇ। ਰੁੱਖ ਨਾਲ ਟੁੱਟਿਆ ਪੱਤਾ ਦੁਬਾਰਾ ਜੁੜਨਾ ਨਹੀਂ, ਲੰਘ ਗਿਆ ਦਿਨ, ਦੁਬਾਰਾ ਨਹੀਂ ਹੋਣਾ। ਜਨਮ ਦਿਨ ਤੇ ਮਨਾਉਂਦਾ ਵੀ ਮੈਂ 30 ਸਾਲਾਂ ਦਾ ਹੋ ਗਿਆ, ਮੈਂ 40 ਸਾਲਾਂ ਦਾ ਹੋ ਗਿਆ, ਪਰ ਇਹ ਗੱਲ ਯਾਦ ਰੱਖ, ਜਿਹੜੇ 30 ਤੂੰ ਜਨਮ ਦਿਨ ਮਨਾ ਲੈਣੇ ਉਹ ਅੱਗੇ ਉਹ ਦੁਬਾਰਾ ਨਹੀਂ ਹੋਣੇ। ਉਹ ਸਮਾਂ ਦੁਬਾਰਾ ਨਹੀਂ ਮਿਲਣਾ। ਤਰਵਰ ਵਿਛੁੰਨੇ ਨਹਿ ਪਾਤ ਜੁੜਤੇ, ਜਮ ਮਗ ਗੌਣ ਅਕੇਲੀ। ਜਮਾਂ ਦੇ ਰਸਤੇ ਤੇ ਇਕੱਲੇ ਚੱਲਣਾ ਪੈਣਾ। ਹੁਣ ਤੇ ਚੱਲਦਾ ਨਾ, ਪਿੰਡ ਦੀ ਪੰਚਾਇਤ ਨਾਲ ਚੱਲਦੀ ਹੈ, 4 ਮੋਹਤਬਾਰ ਬੰਦੇ ਨਾਲ ਚੱਲਦੇ ਨੇ, 2-4 ਅੱਗੇ ਭੱਜਦੇ ਨੇ, 2-4 ਪਿੱਛੇ ਭੱਜਦੇ ਨੇ। ਜਦੋਂ ਕਿਤੇ ਮੇਲੇ ਜਾਂਦਾ ਹੈ, ਕਿਤੇ ਸਮਾਗਮ ਵਿੱਚ ਜਾਂਦਾ ਹੈ, ਲੋਕ ਤੇਰੇ 4 ਚਫੇਰੇ ਖੜ੍ਹਦੇ ਨੇ, ਆ ਕੇ ਤੈਨੂੰ ਰਸਤਾ ਦਿਵਾਉਂਦੇ ਨੇ। ਪਰ ਪਾਤਸ਼ਾਹ ਕਹਿਣ ਲੱਗੇ, ਜਦੋਂ ਜਮਾਂ ਦੇ ਰਾਹ ਤੇ ਤੁਰਨਾ ਨਾ, ਉੱਥੇ ਨਾ ਅੱਗੇ ਭੱਜਣ ਵਾਲੇ, ਨਾ ਪਿੱਛੇ ਭੱਜਣ ਵਾਲੇ, ਨਾ ਰਸਤਾ ਦਿਵਾਉਣ ਵਾਲੇ, ਨਾ ਜੀ ਸਲਾਮ ਕਹਿਣ ਵਾਲੇ, ਕੋਈ ਨਹੀਂ, ਇਕੱਲੇ ਨੇ ਜਾਣਾ ਹੈ। ਭਾਵੇਂ ਕੋਈ ਮੰਤਰੀ ਹੈ ਤੇ ਭਾਵੇਂ ਕੋਈ ਸੰਤਰੀ ਹੈ, ਭਾਵੇਂ ਕੋਈ ਅਮੀਰ ਹੈ ਤੇ ਭਾਵੇਂ ਗਰੀਬ ਹੈ, ਜਮ ਮਾਗ ਗੌਣ ਅਕੇਲੀ। ਜਮਾਂ ਦੇ ਰਸਤੇ ਤੇ ਇਕੱਲੇ ਚੱਲਣਾ ਪਵੇਗਾ। ਛੂਟਤ ਨਾਹੀ ਕੋਟ ਲਖ ਬਾਹੀ, ਨਾਮ ਜਪਤ ਤਹਿ ਪਾਰ ਪਰਾਹੀ। ਲੱਖਾਂ ਬਾਹਾਂ ਤੇਰੇ ਕੋਲ ਨੇ, ਅੱਜ ਲੱਖਾਂ ਫੌਜਾਂ ਤੇਰੇ ਕੋਲ ਨੇ ਤੇਰੀ ਮਦਦ ਵਾਸਤੇ, ਪਰ ਲੱਖਾਂ ਫੌਜਾਂ ਜਮਾਂ ਦੇ ਰਾਹ ਤੇ ਤੇਰੇ ਨਾਲ ਨਹੀਂ ਤੁਰਨਗੀਆਂ। ਉੱਥੇ ਇਕੱਲੇ ਨੂੰ ਜਾਣਾ ਪੈਂਦਾ ਹੈ। ਬਿਨਵੰਤ ਨਾਨਕ ਬਿਨ ਨਾਮ ਹਰ ਕੇ, ਸਦਾ ਫਿਰਤ ਦੁਹੇਲੀ। ਅਰਜਨ ਸਾਹਿਬ ਪਾਤਸ਼ਾਹ ਕਹਿਣ ਲੱਗੇ, ਬਿਨਾਂ ਪਰਮੇਸ਼ਰ ਦੇ ਨਾਮ ਤੋਂ ਇਹ ਜੀਵ ਰੂਪ ਇਸਤਰੀ ਸਦਾ ਹੀ ਦੁਖੀ ਹੋਈ ਰਹਿੰਦੀ ਹੈ, ਸਦਾ ਹੀ ਪਛਤਾਉਂਦੀ ਹੈ। ਜਦੋਂ ਸਮਾਂ ਲੰਘ ਜਾਂਦਾ ਫਿਰ ਪਛਤਾਵਾ ਕੋਲ ਰਹਿ ਜਾਂਦਾ ਹੈ। ਇਸ ਕਰਕੇ ਮਹਾਰਾਜ ਨੇ ਆਖਿਆ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈ ਹੈ। ਜਿਹੜਾ ਕੰਮ ਕਰਕੇ ਪਛਤਾਉਣਾ ਪਵੇ, ਉਹ ਕੰਮ ਕਰਨਾ ਹੀ ਕਿਉਂ ਹੈ? ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਬਿਨਵੰਤ ਨਾਨਕ ਬਿਨ ਨਾਮ ਹਰ ਕੇ। ਜਿਨ੍ਹਾਂ ਨੇ ਰੱਬ ਦੇ ਨਾਮ ਨੂੰ ਜਪਿਆ ਨਹੀਂ ਨਾ, ਤੇ ਸਦਾ ਪਛੋਤਾਵੇ, ਸਦਾ ਫਿਰ ਤੋਂ ਦੁਹੇਲੀ। ਉਹ ਪਛਤਾਉਂਦੇ ਫਿਰਨਗੇ ਤੇ ਦੁਹੇਲੀ ਕਹੀਏ ਦੁਖੀ ਹੋਏ ਫਿਰਨਗੇ, ਪਰ ਮੁੜ ਕੇ ਦੁੱਖ ਹੀ ਦੁੱਖ ਰਹਿ ਜਾਣਾ, ਪਛਤਾਵਾ ਹੀ ਪਛਤਾਵਾ ਰਹਿ ਜਾਣਾ, ਸਮਾਂ ਪ੍ਰਾਪਤ ਨਹੀਂ ਹੁੰਦਾ ਹੈ। ਤੋਵਲ ਵੰਚ ਲੋਕ ਕਰਹਿ, ਸਭ ਜਾਣੈ ਜਾਣੀ ਰਾਮ। ਬਾਦਸ਼ਾਹ ਕਹਿਣ ਲੱਗੇ, ਲੋਕ ਤੋਂ ਭਾਵ ਹੁੰਦਾ ਗੁਰਮੁਖੋ ਲੁਕ ਕੇ। ਵਲਵੰਚ ਕਹੀਏ ਤੂੰ ਬੜੀਆਂ ਠੱਗੀਆਂ ਮਾਰਦਾ ਹੈ। ਠੱਗੀ ਮਾਰਨ ਲੱਗਿਆ ਬੰਦਾ ਬੜਾ ਲੁਕਦਾ, 4 ਚਫੇਰੇ ਦੇਖਦਾ, ਮੈਨੂੰ ਅੱਗੇ ਜਾਣ ਵਾਲਾ ਨਾ ਦੇਖ ਲਵੇ, ਮੈਨੂੰ ਪਿਛਲਾ ਨਾ ਦੇਖ ਲਵੇ, ਮੇਰੀ ਜਾਣ ਪਛਾਣ ਵਾਲਾ ਨਾ ਮੈਨੂੰ ਦੇਖ ਲਵੇ ਵੀ ਮੈਂ ਆਹ ਕੰਮ ਕਰਦਾ, ਕਿਸੇ ਨੂੰ ਪਤਾ ਨਾ ਲੱਗ ਜਾਵੇ। ਮਹਾਰਾਜ ਕਹਿਣ ਲੱਗੇ, ਤੂੰ ਵਲਵੰਚ ਲੂਕ ਕਰੇ, ਲੁਕ ਕੇ ਠੱਗੀ ਮਾਰਦਾ, ਸ਼ਰੇਆਮ ਨਹੀਂ ਮਾਰਦਾ। ਚੋਰ ਦਾ ਕੰਮ ਹੈ ਲੁਕ ਕੇ ਚੋਰੀ ਕਰਨੀ, ਲੁਕ ਕੇ ਚੋਰੀ ਕਰਦਾ, ਲੁਕ ਕੇ ਠੱਗੀ ਮਾਰਦਾ, ਦੁਨੀਆ ਨਾ ਵੇਖੇ। ਪਰ ਮਹਾਰਾਜ ਕਹਿਣ ਲੱਗੇ, ਸਭ ਜਾਣੈ ਜਾਣੀ ਰਾਮ। ਉਹ ਜਿਹੜਾ ਰਾਮ ਹੈ ਉਹ ਜਾਣੀ ਜਾਣ ਹੈ, ਉਹਨੂੰ ਵੇਖਣ ਦੀ ਲੋੜ ਨਹੀਂ ਪੈਂਦੀ ਵੀ ਤੂੰ ਵਿਖਾਵੇਂਗਾ ਤੇ ਤਾਂ ਦਿਸੇਗਾ।
ਬੰਦੇ ਦੇ ਕੋਲੋਂ ਛੁਪਾਇਆ ਜਾ ਸਕਦਾ ਹੈ, ਪਰ ਜਿਹੜਾ ਤੈਨੂੰ ਉੱਪਰ ਦੇਖਦਾ ਪਿਆ ਨਾ, ਸਭ ਜਾਣੈ ਜਾਣੀ ਰਾਮ, ਉਹ ਰਾਮ ਜਾਣੀ ਜਾਣ ਹੈ, ਉਹਦੇ ਕੋਲੋਂ ਛੁਪਾਇਆ ਨਹੀਂ ਹੋ ਜਾਣਾ। ਸਦ ਵੇਖਦਾ ਸਦ ਸੁਣਦਾ ਸਦ ਵੇਖਦਾ, ਕਿਉਂ ਮੁੱਕਰ ਪਿਆ ਜਾਏ। ਬਾਣੀ ਦਾ ਬਚਨ ਹੈ, ਪਰਮਾਤਮਾ ਦੀਆਂ ਕਦੇ ਅੱਖਾਂ ਬੰਦ ਨਹੀਂ ਹੁੰਦੀਆਂ ਵੀ ਉਹ ਸੌਂ ਗਿਆ ਹੋਵੇ ਤੇ ਤੈਨੂੰ ਵੇਖੇਗਾ ਨਹੀਂ। ਉਹਦੇ ਕੰਨ ਕਦੇ ਬੰਦ ਨਹੀਂ ਹੁੰਦੇ ਵੀ ਤੂੰ ਕੁਝ ਆਖਿਆ ਹੋਵੇਗਾ ਤੇ ਉਹਨੇ ਸੁਣਿਆ ਨਹੀਂ ਹੈ। ਹਰ ਵੇਲੇ ਸੁਣਦਾ ਪਿਆ, ਹਰ ਵੇਲੇ ਵੇਖਦਾ ਪਿਆ, ਉਹਦੇ ਕੋਲੋਂ ਮੁਕਰਿਆ ਨਹੀਂ ਜਾਂਦਾ। ਫਿਰ ਇਸ ਕਰਕੇ ਤੂੰ ਲੁਕ ਲੁਕ ਕੇ ਠੱਗੀਆਂ ਕਿਉਂ ਮਾਰਦਾ ਹੈ? ਤੂੰ ਵੱਲ ਵੰਚ ਲੂਕ ਕਰੇ, ਲੋਕੇ ਠੱਗੀਆਂ ਮਾਰਦਾ। ਨਕਲੀ ਕਾਗਜ਼ ਬਣਾ ਲੈਂਦਾ, ਨਕਲੀ ਬੰਦੇ ਖੜੇ ਕਰ ਲੈਂਦਾ, ਨਕਲੀ ਰਜਿਸਟਰੀਆਂ ਕਰਵਾ ਲੈਂਦਾ ਲੋਕਾਂ ਨਾਲ ਠੱਗੀ ਮਾਰਨ ਵਾਸਤੇ। ਪਰ ਇਹ ਭਲਿਆ, ਦੁਨੀਆ ਨੂੰ ਠੱਗਿਆ ਜਾ ਸਕਦਾ, ਦੁਨੀਆ ਦੇ ਬੰਦਿਆਂ ਵਿੱਚ ਅੱਖਾਂ ਘਟਾ ਪਾਇਆ ਜਾ ਸਕਦਾ, ਪਰ ਰੱਬ ਜਾਣੀ ਜਾਣ ਹੈ। ਉਸ ਪ੍ਰਮਾਤਮਾ ਨੂੰ ਕਹਿਣ ਲੱਗੇ ਠੱਗਿਆ ਨਹੀਂ ਜਾਂਦਾ ਹੈ। ਲੇਖਾ ਧਰਮ ਭਇਆ ਤਿਲ ਪੀੜਾ ਕਹਾਣੀ ਰਾਮ। ਕਹਿਣ ਲੱਗੇ ਜਦੋਂ ਧਰਮਰਾਜ ਦੀ ਕਚਹਿਰੀ ਵਿੱਚ ਲੇਖਾ ਹੋਣਾ ਨਾ, ਉੱਥੇ ਫਿਰ ਸਾਰੇ ਹਿਸਾਬ ਕਿਤਾਬ ਤੇਰੇ ਵਹੀ ਖਾਤੇ ਫੋਲੇ ਜਾਣਗੇ। ਉੱਥੇ ਤੂੰ ਇਹ ਨਹੀਂ ਕਹਿ ਸਕਦਾ ਵੀ ਆਹ ਕੰਮ ਮੈਂ ਨਹੀਂ ਕੀਤਾ। ਜਦੋਂ ਕੋਈ ਬੰਦਾ ਕਰਜ਼ਾ ਲੈਣ ਜਾਂਦਾ ਹੈ ਨਾ, ਬੈਂਕ ਦੇ ਵਿੱਚ ਜਾਂਦਾ ਜਾਂ ਕਿਸੇ ਆੜਤੀਏ ਦੇ ਕੋਲ ਜਾਂਦਾ, ਵਹੀ ਖਾਤੇ ਦੇ ਉੱਪਰ ਉਹਦਾ ਅੰਗੂਠਾ ਲਵਾਇਆ ਜਾਂਦਾ, ਉਹਦੇ ਦਸਤਖਤ ਕਰਵਾਏ ਜਾਂਦੇ। ਉੱਥੇ ਰਕਮ ਭਰੀ ਜਾਂਦੀ ਹੈ ਵੀ ਇਸ ਬੰਦੇ ਨੇ ਇੰਨੀ ਰਕਮ ਲਈ ਹੈ, ਆ ਇਹਦੇ ਦਸਤਖਤ ਨੇ ਜਾਂ ਆ ਇਹਦਾ ਅੰਗੂਠਾ ਲੱਗਾ ਹੋਇਆ। ਉੱਥੇ ਨਾਲ 2 ਗਵਾਹਾਂ ਦੇ ਦਸਤਖਤ ਲੈ ਜਾਂਦੇ, 4 ਗਵਾਹਾਂ ਦੀ ਗਵਾਹੀ ਪਵਾਈ ਜਾਂਦੀ ਹੈ ਵੀ ਇਹ ਮੁੱਕਰ ਨਹੀਂ ਕੱਲ੍ਹ ਨੂੰ ਸਕਦਾ ਵੀ ਮੈਂ ਨਹੀਂ ਕੀਤਾ। ਤੇ ਜਦੋਂ ਕਾਗਜ਼ ਬੋਲਦੇ ਨੇ ਨਾ, ਫਿਰ ਮੰਨਣਾ ਪੈਂਦਾ ਵੀ ਹਾਂ ਵੀ ਇੰਨੀ ਤਰੀਕ ਨੂੰ ਇੰਨੀ ਮਾਇਆ ਲੈ ਕੇ ਗਿਆ ਸੀ, ਇੰਨਾ ਪੈਸਾ ਲਿਆ ਸੀ। ਤੇ ਮਹਾਰਾਜ ਕਹਿਣ ਲੱਗੇ ਇਸੇ ਤਰ੍ਹਾਂ ਭਾਈ ਰੱਬ ਦੇ ਜਿਹੜੇ ਵਹੀ ਖਾਤੇ ਨੇ ਨਾ, ਜਦੋਂ ਬੋਲਣਗੇ ਨਾ ਉੱਥੇ ਵੀ ਇੰਨੇ ਵਜੇ ਇੰਨੇ ਸਮੇਂ ਇਸ ਦਿਨ ਤੂੰ ਆਹ ਕੰਮ ਕੀਤਾ, ਫਿਰ ਮੁਕਰਿਆ ਨਹੀਂ ਜਾਣਾ। ਫਿਰ ਇਹ ਨਹੀਂ ਕਿਹਾ ਜਾਣਾ ਵੀ ਆਹ ਕੰਮ ਮੈਂ ਨਹੀਂ ਸੀ ਕੀਤਾ। ਲੇਖਾ ਧਰਮ ਭਇਆ, ਧਰਮਰਾਜ ਦੀ ਕਚਹਿਰੀ ਵਿੱਚ ਜਦੋਂ ਲੇਖਾ ਹੋਣਾ ਤੇਰੇ ਕੰਮਾਂ ਦਾ, ਤੇ ਫਿਰ ਤੈਨੂੰ ਸਜ਼ਾ ਮਿਲੇਗੀ। ਤਿਲ ਪੀੜੇ ਕਹਾਣੀ ਰਾਮ, ਜਿਵੇਂ ਤੇਲੀ ਲੋਕ ਤਿਲਾਂ ਨੂੰ ਕੋਹਲੂ ਵਿੱਚ ਪਾ ਕੇ ਪੀੜਦੇ ਨੇ, ਤੇਲ ਕੱਢਦੇ ਨੇ, ਇਹੋ ਜਿਹੀਆਂ ਸਜ਼ਾਵਾਂ ਤੈਨੂੰ ਪਰਲੋਕ ਵਿੱਚ ਦਿੱਤੀਆਂ ਜਾਣੀਆਂ। ਜਾਂ ਨਰਕਾ ਰੂਪੀ ਜਿਹੜਾ ਕੋਹਲੂ ਹੈ ਨਾ, ਉਹਦੇ ਵਿੱਚ ਤੈਨੂੰ ਪੀੜਿਆ ਜਾਣਾ ਹੈ। ਕਿਰਤ ਕਮਾਣੇ ਦੁੱਖ 100 ਪ੍ਰਾਣੀ, ਅਨਕ ਜੋਨ ਭਰਮਾਇਆ। ਜਦੋਂ ਇਹ ਰੋਏਗਾ ਨਾ ਜਮਾਂ ਦੇ ਕੋਲ ਮਾਰ ਖਾਂਦਾ ਹੋਇਆ, ਸਤਿਗੁਰੂ ਜੀ ਪਰਲੋਕ ਦਾ ਸਾਨੂੰ ਵਰਣਨ ਦੱਸਦੇ ਪਏ, ਉੱਥੇ ਹੁੰਦਾ ਕੀ ਹੈ। ਜਦੋਂ ਰੋਵੇਗਾ ਨਾ ਵੀ ਹਾਏ ਮੈਂ ਨਹੀਂ ਕੀਤਾ, ਤੇ ਮਹਾਰਾਜ ਕਹਿਣ ਲੱਗੇ ਉਸ ਵੇਲੇ ਜਮ ਕਹਿਣਗੇ ਬੰਦਿਆ ਕਿਰਤ ਕਮਾਣੇ, ਜਿਹੜੇ ਤੂੰ ਪਾਪ ਕੀਤੇ ਨੇ ਨਾ ਆਪ ਕਮਾਏ ਹੋਏ, ਉਹਦਾ ਦਾ ਤੈਨੂੰ ਹੁਣ ਦੁੱਖ ਸਹਿਣਾ ਹੀ ਪੈਣਾ ਹੈ। ਦੁੱਖ 100 ਪ੍ਰਾਣੀ, ਉਹ ਤੈਨੂੰ ਹੁਣ ਦੁੱਖ ਸਹਿਣਾ ਪਵੇਗਾ। ਜਦੋਂ ਕੋਈ ਚੋਰ ਚੋਰੀ ਕਰਦਾ ਫੜਿਆ ਜਾਂਦਾ ਨਾ, ਥਾਣੇ ਵਿੱਚ ਲਿਜਾ ਕੇ ਉਹਨੂੰ ਕੁੱਟਿਆ ਜਾਂਦਾ ਤੇ ਹਾਏ ਹਾਏ ਕਰਦਾ, ਫਿਰ ਸਿਪਾਹੀ ਕਹਿੰਦੇ ਵੀ ਚੋਰੀ ਕਰਨ ਲੱਗਿਆ ਪਹਿਲਾਂ ਸੋਚਣਾ ਸੀ, ਜੇ ਤੂੰ ਕੀਤਾ ਤੇ ਹੁਣ ਸਜ਼ਾ ਤੇ ਮਿਲੇਗੀ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਜਦੋਂ ਜਮਾਂ ਦੀ ਕਚਹਿਰੀ ਵਿੱਚ ਜਾ ਕੇ ਮਾਰ ਪੈਗੀ ਨਾ, ਉਸ ਵੇਲੇ ਜਮ ਕਹਿਣਗੇ ਵੀ ਹੁਣ ਰੋਂਦਾ ਕਿਉਂ ਹੈ? ਦੁੱਖ 100 ਪ੍ਰਾਣੀ, ਬੰਦਿਆ ਸਹਿ ਦੁੱਖ ਹੁਣ, ਕਿਉਂਕਿ ਤੇਰੇ ਕੀਤੇ ਹੋਏ ਕਰਮਾਂ ਦੀ ਤੈਨੂੰ ਸਜ਼ਾ ਮਿਲਦੀ ਪਈ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਅਨਕ ਜੋਨ ਭਰਮਾਇਆ, ਫਿਰ ਤੈਨੂੰ ਕਈ ਜੂਨਾਂ ਵਿੱਚ ਕਈ ਜਨਮਾਂ ਵਿੱਚ ਘੁਮਾਇਆ ਜਾਂਦਾ ਹੈ। ਮਹਾਮੋਨੀ ਸੰਗਰਾਤਾ ਰਤਨ ਜਨਮ ਗਵਾਇਆ। ਮੋਹਣੀ ਮਾਇਆ ਹੈ ਜਿਹਦੇ ਨਾਲ ਤੂੰ ਰੰਗਿਆ ਹੋਇਆ, ਤੇ ਮਨੁੱਖਾ ਜਨਮ ਬੜਾ ਅਮੋਲਕ ਹੈ, ਰਤਨਾਂ ਤੋਂ ਵੀ ਬੜਾ ਮਹਿੰਗਾ ਗਵਾ ਦਿੱਤਾ। ਮੋਹਣੀ ਮਾਇਆ, ਇਹ ਮਨ ਨੂੰ ਮੋਹਣ ਵਾਲੀ ਜਿਹੜੀ ਮਾਇਆ ਹੈ, ਮਨ ਨੂੰ ਮੋਹਣ ਵਾਲੇ ਜਿਹੜੇ ਪਦਾਰਥ ਨੇ, ਦੁਨੀਆ ਦੀਆਂ ਵਸਤੂਆਂ ਨੇ, ਚੀਜ਼ਾਂ ਨੇ, ਇਹਨਾਂ ਵਿੱਚ ਇੰਨਾ ਫਸਿਆ ਹੈ ਕਿ ਮਨੁੱਖਾ ਜਨਮ ਰਤਨਾ ਵਰਗਾ ਗਵਾ ਦਿੱਤਾ ਹੈ। ਇਕਸ ਹਰ ਕੇ ਨਾਮ ਬਾਜੋ ਆਨ ਕਾ ਸਿਆਣੀ। ਗੁਰੂ ਜੀ ਫਰਮਾਉਂਦੇ ਕਹਿਣ ਲੱਗੇ ਰੱਬ ਦਾ ਨਾਮ ਜਪਣਾ, ਤੇ ਕਹਿੰਦਾ ਮੈਨੂੰ ਪਤਾ ਨਹੀਂ ਹੈ। ਜੇ ਕਿਸੇ ਨੂੰ ਕਹੀਏ ਨਾ ਵੀ ਬਾਣੀ ਪੜ੍ਹਨੀ, ਕਹਿੰਦਾ ਮੈਨੂੰ ਪੜ੍ਹਨੀ ਨਹੀਂ ਆਉਂਦੀ। ਬਾਣੀ ਕਦੋਂ ਪੜ੍ਹਨੀ ਚਾਹੀਦੀ ਹੈ? ਕਹਿੰਦਾ ਮੈਨੂੰ ਇਹ ਵੀ ਨਹੀਂ ਪਤਾ ਹੈ। ਬਾਣੀ ਕਿਵੇਂ ਪੜ੍ਹਨੀ ਚਾਹੀਦੀ ਹੈ? ਮੈਨੂੰ ਇਹ ਵੀ ਨਹੀਂ ਪਤਾ ਹੈ।
ਨਾਮ ਕਦੋਂ ਜਪਣਾ ਪਤਾ ਨਹੀਂ, ਨਾਮ ਕਿਵੇਂ ਜਪਣਾ ਇਹ ਵੀ ਪਤਾ ਨਹੀਂ, ਨਾਮ ਜਪ ਕੇ ਕੀ ਹੁੰਦਾ ਇਹ ਵੀ ਪਤਾ ਨਹੀਂ। ਇਹ ਤੇ ਪਤਾ ਨਹੀਂ ਹੈ, ਪਰ ਇਹਨੂੰ ਇਹ ਜ਼ਰੂਰ ਪਤਾ ਵੀ ਠੱਗੀ ਕਿਵੇਂ ਮਾਰਨੀ ਹੈ, ਧੋਖਾ ਕਿਵੇਂ ਕਰਨਾ, ਝੂਠ ਕਿਵੇਂ ਬੋਲਣਾ, ਨਿੰਦਿਆ ਕਿਵੇਂ ਕਰਨੀ ਹੈ, ਚੁਗਲੀ ਕਿਵੇਂ ਕਰਨੀ ਹੈ। ਕਦੇ ਨਹੀਂ ਕਿਸੇ ਨੇ ਆਖਿਆ ਵੀ ਮੈਨੂੰ ਚੁਗਲੀ ਕਰਨੀ, ਮੈਨੂੰ ਨਿੰਦਿਆ ਕਰਨੀ ਨਹੀਂ ਆਉਂਦੀ, ਮੈਨੂੰ ਠੱਗੀ ਮਾਰਨੀ ਨਹੀਂ ਆਉਂਦੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਆਨ ਕਾਜ ਸਿਆਣੀ, ਦੁਨੀਆ ਦੇ ਕੰਮਾਂ ਵਿੱਚ ਤੇ ਬੜਾ ਸਿਆਣਾ, ਬੜਾ ਚਾਤਰ ਹੈ, ਬੜਾ ਚਲਾਕ ਹੈ। ਤੇ ਜਦੋਂ ਕੋਈ ਬੰਦਾ ਕੰਮ ਕਰਦਾ ਹੋਵੇ, ਦੋ ਬੰਦੇ ਕੋਲ ਖਲੋਤੇ ਹੋਣ, ਤੇ ਜੇ ਇੱਕ ਦੇ ਕੋਲੋਂ ਨਾ ਹੋਵੇ ਤੇ ਦੂਜਾ ਕਹਿੰਦਾ ਪਰੇ ਹਟ ਮੈਂ ਕਰਦਾ, ਉਹਦਾ ਭਾਵ ਹੁੰਦਾ ਵੀ ਮੈਂ ਤੇਰੇ ਨਾਲੋਂ ਸਿਆਣਾ ਹਾਂ, ਮੈਨੂੰ ਜ਼ਿਆਦਾ ਪਤਾ। ਦੁਨੀਆ ਦੇ ਕੰਮ ਕਰਦਾ ਤੇ ਦਾਅਵਾ ਕਰਦਾ ਵੀ ਮੇਰੇ ਵਰਗਾ ਸਿਆਣਾ ਕੋਈ ਨਹੀਂ, ਪਰ ਉਹ ਸਿਆਣੇ ਨੂੰ ਜਦੋਂ ਪੁੱਛਿਆ ਜਾਵੇ ਨਾ ਵੀ ਨਾਮ ਜਪੀਏ ਤੇ ਕਹਿਣ ਲੱਗਾ ਮੈਨੂੰ ਤੇ ਪਤਾ ਹੀ ਨਹੀਂ ਨਾਮ ਹੁੰਦਾ ਕੀ ਹੈ। ਬਾਣੀ ਪੜ੍ਹੀਏ ਕਹਿਣ ਲੱਗਾ ਨਹੀਂ ਪੜ੍ਹਨੀ ਆਉਂਦੀ ਹੈ, ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ। ਸਤਿਗੁਰੂ ਕਹਿਣ ਲੱਗੇ ਭਾਈ ਪਿਆਰਿਆ ਇੱਕ ਸਹਰ ਕੇ ਨਾਮ ਬਾਝੋਂ, ਕੇਵਲ ਤੇ ਕੇਵਲ ਇੱਕ ਕੰਮ ਨਹੀਂ ਸਾਨੂੰ ਕਰਨਾ ਆਉਂਦਾ, ਉਹ ਕੀ ਹੈ? ਰੱਬ ਦਾ ਨਾਮ ਜਪਣਾ ਨਹੀਂ ਆਉਂਦਾ। ਰੱਬ ਦੇ ਨਾਮ ਜਪੇ ਤੋਂ ਬਿਨਾ ਆਨ ਕਾਜ ਜਿੰਨੇ ਹੋਰ ਕੰਮ ਨੇ ਉਹਨਾਂ ਵਿੱਚ ਕਹਿੰਦਾ ਵੀ ਮੇਰੇ ਵਰਗਾ ਤੇ ਤਜਰਬਾ ਹੀ ਨਹੀਂ ਕਿਸੇ ਦਾ, ਮੇਰੇ ਵਰਗੀ ਤੇ ਸਿਆਣਪ ਹੀ ਨਹੀਂ ਹੈ ਕਿਸੇ ਦੇ ਕੋਲ। ਦੁਨੀਆ ਦੇ ਕੰਮਾਂ ਦੀ ਬੜੀ ਸਿਆਣਪ ਚੁੱਕੀ ਫਿਰਦਾ ਹੈ, ਮੇਰੇ ਵਰਗਾ ਹੈ ਕੋਈ ਨਹੀਂ। ਪਰ ਉਹ ਜਿਹੜਾ ਕਹਿੰਦਾ ਨਾ ਵੀ ਮੇਰੇ ਵਰਗੀ ਸਿਆਣਪ ਨਹੀਂ ਹੈ, ਬਾਣੀ ਪੜ੍ਹਨ ਵੇਲੇ ਕਹਿੰਦਾ ਮੈਨੂੰ ਤੇ ਪੜ੍ਹਨੀ ਨਹੀਂ ਆਉਂਦੀ ਹੈ, ਮੈਨੂੰ ਤੇ ਪਤਾ ਹੀ ਨਹੀਂ ਹੈ ਬਾਣੀ ਪੜ੍ਹੀ ਦੀ ਕਿਵੇਂ। ਐਸੀ ਇਸ ਮਨਮੁਖ ਦੀ ਹਾਲਤ ਹੈ। ਬਿਨਵੰਤ ਨਾਨਕ ਲੇਖ ਲਿਖਿਆ, ਭਰਮ ਮੋਹਿ ਲੁਭਾਣੀ। ਅਰਜਨ ਦੇ ਪਾਤਸ਼ਾਹ ਕਹਿਣ ਲੱਗੇ ਮੱਥੇ ਤੇ ਲੇਖ ਹੀ ਇਹੋ ਜਿਹਾ ਲਿਖਿਆ ਵੀ ਇਹ ਭਰਮ ਦੇ ਵਿੱਚ ਪੈ ਕੇ, ਮੋਹ ਦੇ ਵਿੱਚ ਪੈ ਕੇ ਲੁਭਾਏਮਾਨ ਹੋਇਆ ਫਿਰਦਾ। ਦੁਨੀਆ ਚੰਗੀ ਲੱਗਦੀ ਹੈ, ਨਾਮ ਦੇ ਨਾਮ ਨੂੰ ਵਸਾਰਿਆ ਹੋਇਆ ਹੈ। ਬੀਚ ਨਾ ਕੋਏ ਕਰੇ, ਅਕਿਰਤ ਘਣ ਵਿਛੜ ਪਿਆ। ਅਕਿਰਤ ਘਣ ਇਹ ਜੀਵ ਵਿਛੜੇਗਾ ਨਾ ਸੰਬੰਧੀਆਂ ਨਾਲੋਂ, ਜਦੋਂ ਮਰ ਕੇ ਜਾਣਾ, ਮਾਂ ਬਾਪ ਭੈਣ ਭਰਾ ਦੋਸਤ ਮਿੱਤਰ ਸਭ ਇੱਥੇ ਰਹਿ ਜਾਣੇ, ਸਾਰਿਆਂ ਨਾਲੋਂ ਵਿਛੜ ਕੇ ਜਾਣਾ ਪੈਣਾ। ਤੇ ਪਾਤਸ਼ਾਹ ਕਹਿਣ ਲੱਗੇ ਬੀਚ ਨਾ ਕੋਈ ਕਰੇ, ਫਿਰ ਤੇਰੀ ਵਿਚੋਲਗੀ ਕੋਈ ਨਹੀਂ ਕਰੇਗਾ। ਕਿਸੇ ਨੇ ਇਹ ਨਹੀਂ ਕਹਿਣਾ ਵੀ ਭੈਣ ਨੂੰ ਛੱਡ ਕੇ ਕਿਉਂ ਚੱਲਿਆ, ਭਰਾ ਨੂੰ ਛੱਡ ਕੇ ਕਿਉਂ ਚੱਲਿਆ, ਮਾਂ ਬਾਪ ਨੂੰ ਛੱਡ ਕੇ ਕਿਉਂ ਚੱਲਿਆ, ਕਿਸੇ ਨੇ ਵਿਚੋਲਗੀ ਨਹੀਂ ਕਰਨੀ। ਜਦੋਂ ਇਸ ਨੇ ਸੰਬੰਧੀਆਂ ਨੂੰ ਛੱਡ ਕੇ ਤੁਰਨਾ ਹੈ, ਜਾਂ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਜਦੋਂ ਜਮਾਂ ਦੇ ਰਾਹ 'ਤੇ ਜਾਏਗਾ ਨਾ, ਉੱਥੇ ਫਿਰ ਵਿਚੋਲਗੀ ਨਹੀਂ ਕਿਸੇ ਨੇ ਕਰਨੀ, ਸਿਫਾਰਿਸ਼ ਨਹੀਂ ਕਰਨੀ ਵੀ ਇਹਨੂੰ ਛੱਡ ਦਿਓ। ਦੁਨੀਆ ਵਿੱਚ ਤੇ ਹੁੰਦਾ ਕਿ ਬੰਦਾ ਗੁਨਾਹ ਕਰੇ ਤੇ ਛੁਡਾਉਣ ਵਾਲੇ ਚਾਰ ਆ ਜਾਣਗੇ ਵੀ ਨਾ ਮਾਰੋ ਭਾਈ, ਅਸੀਂ ਸਿਫਾਰਿਸ਼ ਲੈ ਕੇ ਆਏ ਹਾਂ, ਕੋਈ ਮੰਤਰੀ ਕੋਈ ਅਫਸਰ ਸਿਫਾਰਿਸ਼ ਕਰੇਗਾ। ਪਰ ਕਹਿਣ ਲੱਗੇ ਰੱਬ ਦੀ ਦਰਗਾਹ ਦੇ ਵਿੱਚ ਉੱਥੇ ਸਿਫਾਰਿਸ਼ ਕਰਨ ਵਾਲਾ ਕੋਈ ਨਹੀਂ ਨਾਲ ਜਾਂਦਾ ਵੀ ਇਹਨੂੰ ਛੱਡ ਦਿਓ, ਕੋਈ ਉੱਥੇ ਤੇਰੀ ਮਦਦਗਾਰ ਨਹੀਂ ਹੋਵੇਗਾ। ਮਹਾਰਾਜ ਕਹਿਣ ਲੱਗੇ ਬੀਚ ਨਾ ਕੋਏ ਕਰੇ, ਬੀਚ ਤੋਂ ਭਾਵ ਹੁੰਦਾ ਵਿਚੋਲਗੀ। ਤੇਰੀ ਵਿਚੋਲਗੀ ਜਮਾਂ ਦੇ ਕੋਲੋਂ ਛਡਾਉਣ ਦੀ ਕਿਸੇ ਨੇ ਕਰਨੀ ਨਹੀਂ ਹੈ। ਆਏ ਖਰੇ ਕਠਨ ਜਮ ਕੰਕਰ ਪਕੜ ਲਿਆ। ਗੁਰੂ ਪਾਤਸ਼ਾਹ ਕਹਿਣ ਲੱਗੇ ਖਰੇ ਜਿਹੜੇ ਕਠਨ ਨੇ ਨਾ ਜਮਦੂਤ, ਉਹ ਇੰਨਾ ਪੱਕਾ ਪਕੜਦੇ ਨੇ ਵੀ ਛੁੱਟ ਨਹੀਂ ਸਕਦਾ। ਦੁਨੀਆ ਵਿੱਚ ਤੇ ਹੋ ਸਕਦਾ ਵੀ ਬੰਦਾ ਸਿਪਾਹੀ ਨੂੰ ਵੇਖ ਕੇ, ਪੁਲਿਸ ਨੂੰ ਵੇਖ ਕੇ ਭੱਜ ਜਾਵੇ, ਫੌਜ ਨੂੰ ਵੇਖ ਕੇ ਭੱਜ ਜਾਵੇ, ਇੱਕ ਦੇਸ਼ ਤੋਂ ਦੂਜੇ ਦੇਸ਼ ਚਲਾ ਜਾਵੇ, ਪਰ ਰੱਬ ਦੇ ਜਮਦੂਤ ਇੰਨੇ ਤਕੜੇ ਨੇ ਵੀ ਉਹਨਾਂ ਨੇ ਜਦੋਂ ਹੱਥ ਪਾ ਲਿਆ ਫਿਰ ਛੁੱਟਿਆ ਨਹੀਂ ਜਾਣਾ। ਇੰਨੇ ਕਠਨ ਨੇ, ਇੰਨੇ ਸਾਵਧਾਨ ਨੇ, ਉਹਨਾਂ ਦੇ ਕੋਲੋਂ ਛੁੱਟ ਕੇ ਭੱਜ ਨਹੀਂ ਸਕਦਾ ਹੈ। ਪਕੜੇ ਚਲਾਇਆ ਆਪਣਾ ਕਮਾਇਆ, ਮਹਾ ਮੋਹਨੀ ਰਾਤਿਆ। ਮੋਹਣੀ ਮਾਇਆ ਵਿੱਚ ਰੰਗੇ ਹੋਏ ਨੂੰ ਜਿਸ ਵੇਲੇ ਜਮਾਂ ਨੇ ਕੀਤੇ ਹੋਏ ਕਰਮਾਂ ਦਾ ਹਿਸਾਬ ਲੈਣ ਵਾਸਤੇ ਪਕੜ ਕੇ ਆਪਣੇ ਅੱਗੇ ਲਾ ਕੇ ਚੱਲ ਪੈਂਦੇ ਹਨ। ਗੁਣ ਗੋਵਿੰਦ ਗੁਰਮੁਖ ਨਾ ਜਪਿਆ, ਤਪਤ ਥੰਮ ਗਲ ਆਤਿਆ। ਪਾਤਸ਼ਾਹ ਕਹਿਣ ਲੱਗੇ ਗੁਰਮੁਖ ਗੁਰੂ ਦੇ ਕੋਲੋਂ ਉਪਦੇਸ਼ ਲੈ ਕੇ ਜਪਿਆ ਨਹੀਂ। ਕਹਿਣ ਲੱਗਾ ਗੁਰੂ ਦੀ ਗੱਲ ਤੇ ਚੰਗੀ ਨਹੀਂ ਲੱਗਦੀ ਹੈ, ਮੈਂ ਤੇ ਗੁਰੂ ਕੋਲ ਬੈਠ ਹੀ ਨਹੀਂ ਸਕਦਾ। ਗੁਰੂ ਦੀ ਗੱਲ ਨੂੰ ਚੰਗਾ ਨਹੀਂ ਸਮਝਿਆ ਤੇ ਪਾਤਸ਼ਾਹ ਕਹਿਣ ਲੱਗੇ ਫਿਰ ਨਾਮ ਜਪਿਆ ਨਹੀਂ। ਤਪਤ ਥੰਮ, ਜਿਹੜੇ ਤੱਤੇ ਥੰਮ ਨੇ ਨਾ ਨਰਕਾਂ ਵਿੱਚ ਤਪੇ ਹੋਏ, ਤੇ ਜੰਮ ਜਿਹੜੇ ਨੇ ਫਿਰ ਗਲੋਂ ਫੜ ਕੇ ਤੱਤੇ ਥੰਮਾਂ ਦੇ ਨਾਲ ਜਫੀਆਂ ਪਵਾਉਣਗੇ ਵੀ ਪਾ ਇਸ ਤੱਤੇ ਥੰਮ ਨੂੰ ਜਫੀ ਜੇ ਨਾਮ ਨਹੀਂ ਜਪਿਆ।
ਜੇ ਗੁਰੂ ਦੇ ਆਖੇ ਲਾ ਕੇ ਨਹੀਂ ਚੱਲਿਆ, ਨਾਮ ਨਹੀਂ ਜਪਿਆ, ਕਾਮ ਦੇ ਵਸ ਹੋਇਆ, ਦੁਨੀਆ ਨੂੰ ਜਫੀਆਂ ਪਾਉਂਦਾ, ਸਰੀਰਾਂ ਨੂੰ ਆਪਣੇ ਕਲਾਵੇ ਵਿੱਚ ਲੈਂਦਾ, ਆਪਣੀਆਂ ਬਾਹਾਂ ਵਿੱਚ ਲੈਂਦਾ ਰਿਹਾ, ਨਾਮ ਨਹੀਂ ਜਪਿਆ, ਤੇ ਚੱਲ ਫਿਰ ਤੇਰੇ ਵਾਸਤੇ ਸਜ਼ਾ ਇਹ ਹੈ ਵੀ ਤੈਨੂੰ ਇਸ ਤੱਤੇ ਥੰਮ ਨੂੰ ਗੱਲ ਲਾਉਣਾ ਪੈਣਾ ਹੈ। ਕਾਮ ਕ੍ਰੋਧ ਹੰਕਾਰ ਮੂਠਾ ਖੋਏ ਗਿਆਨ ਪਛਤਾਪਿਆ। ਪਾਤਸ਼ਾਹ ਕਹਿਣ ਲੱਗੇ ਕਾਮ ਨੇ, ਕ੍ਰੋਧ ਨੇ, ਹੰਕਾਰ ਨੇ ਇਸ ਨੂੰ ਮੁੱਠਾ ਕਹੀਏ ਲੁੱਟ ਲਿਆ, ਆਪਣੇ ਗਿਆਨ ਨੂੰ ਗਵਾ ਕੇ ਹੁਣ ਪਛਤਾਉਂਦਾ ਫਿਰਦਾ ਹੈ। ਬਿਨਵੰਤ ਨਾਨਕ ਸੰਜੋਗ ਭੂਲਾ ਹਰ ਜਾਪ ਰਸਨ ਨ ਜਾਪਿਆ। ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਦਾ ਸੰਜੋਗ ਬਣਿਆ ਵਕਾਰਾਂ ਦੇ ਨਾਲ, ਪਦਾਰਥਾਂ ਦੇ ਨਾਲ ਸੰਜੋਗ ਬਣਾਉਣ ਕਰਕੇ, ਮਿਲਾਪ ਬਣਾਉਣ ਕਰਕੇ ਗੁਰੂ ਨਾਲ ਸੰਜੋਗ ਨਹੀਂ ਬਣਾ ਸਕਿਆ। ਇੱਕ ਪਾਸੇ ਗੁਰੂ ਹੈ, ਇੱਕ ਪਾਸੇ ਪਦਾਰਥ ਨੇ, ਇੱਕ ਪਾਸੇ ਗੁਰੂ ਦਾ ਉਪਦੇਸ਼ ਹੈ, ਇੱਕ ਪਾਸੇ ਵਕਾਰ ਨੇ। ਬੰਦੇ ਨੇ ਵਕਾਰਾਂ ਦੇ ਨਾਲ ਤੇ ਸੰਜੋਗ ਬਣਾ ਲਿਆ, ਕਾਮ ਕ੍ਰੋਧ ਦੇ ਨਾਲ ਤੇ ਰਿਸ਼ਤਾ ਬਣਾ ਲਿਆ, ਦੁਨੀਆ ਦੇ ਪਦਾਰਥਾਂ ਨਾਲ ਰਿਸ਼ਤਾ ਬਣਾ ਲਿਆ, ਪਰ ਜੇ ਨਹੀਂ ਬਣਾਇਆ ਤੇ ਗੁਰੂ ਨਾਲ ਨਹੀਂ ਬਣਾਇਆ। ਤੇ ਪਾਤਸ਼ਾਹ ਕਹਿਣ ਲੱਗੇ ਫਿਰ ਇਹੋ ਜਿਹਾ ਭੁੱਲਿਆ ਰੱਬ ਦੇ ਨਾਮ ਤੋਂ, ਹਰ ਜਾਪ ਰਸਨ ਨਾ ਜਾਪਿਆ, ਆਪਣੀ ਜ਼ੁਬਾਨ ਦੇ ਨਾਲ 1 ਮਿੰਟ ਵੀ ਇਸਨੇ ਰੱਬ ਦੇ ਨਾਮ ਨੂੰ ਨਹੀਂ ਜਪਿਆ ਹੈ। ਤੁਧ ਬਿਨ ਕੋ ਨਾਹੀ ਪ੍ਰਭ ਰਾਖਣ ਹਾਰਾ ਰਾਮ। ਉਹ ਕਹਿਣ ਲੱਗੇ ਐ ਰਾਮ ਰਮੇ ਹੋਏ ਪਰਮਾਤਮਾ, ਤੇਰੇ ਬਿਨਾ ਨਾ ਲੋਕ ਵਿੱਚ ਨਾ ਪਰਲੋਕ ਵਿੱਚ ਕੋਈ ਰੱਖ ਨਹੀਂ ਸਕਦਾ ਹੈ। ਪਤਿਤ ਉਦਾਹਰਨ ਹਰ ਬਿਰਦ ਤੁਮਾਰਾ ਰਾਮ। ਦਾ ਬਿਰਦ ਜੋ ਸੁਭਾਅ ਹੈ ਨਾ ਪਾਪੀਆਂ ਨੂੰ ਤਾਰਨ ਵਾਲਾ ਹੈ। ਚੰਗੇ ਦੀ ਮਦਦ ਤੇ ਸਾਰੇ ਹੀ ਕਰਦੇ, ਗੁਣਵਾਨ ਦੇ ਕੋਲ ਤੇ ਸਾਰੇ ਹੀ ਬੈਠਦੇ ਨੇ, ਪਰ ਜੇ ਕੋਈ ਨਹੀਂ ਬੈਠਦਾ ਤੇ ਜਿਹੜਾ ਕਲੰਕੀ ਹੈ ਨਾ ਉਹਦੇ ਕੋਲ ਕੋਈ ਨਹੀਂ ਬੈਠਦਾ। ਪਰ ਇਹ ਪ੍ਰਮਾਤਮਾ ਤੂੰ ਇਹੋ ਜਿਹਾ ਜਿਹੜੇ ਪਤਤ ਡਿੱਗੇ ਹੋਏ ਨੇ, ਗਿਰੇ ਹੋਏ ਨੇ ਬਿਲਕੁਲ ਜੀਵਨ ਦੇ ਵਿੱਚੋਂ, ਉਹਨਾਂ ਨੂੰ ਵੀ ਤੂੰ ਉਦਾਹਰਨ ਦਾ ਕੰਮ ਕਰਦਾ ਹੈ। ਪਤਤ ਉਦਾਹਰਨ ਹਰ, ਇਹ ਹਰੀ ਹਰ ਪਰਮਾਤਮਾ ਤੂੰ ਪਾਪੀਆਂ ਦਾ ਉਧਾਰ ਕਰਦਾ, ਤੇਰਾ ਬਿਰਧ ਹੈ, ਇਹ ਤੇਰਾ ਸੁਭਾਅ ਹੈ, ਇਹੋ ਜਿਹਾ ਤੁਸੀਂ ਸੁਭਾਅ ਰੱਖਦੇ ਹੋ। ਪਤਿਤ ਉਦਾਹਰਨ ਸਰਨ ਸੁਆਮੀ ਕਿਰਪਾ ਨਿਧ ਦਇਆਲਾ। ਪਾਪੀਆਂ ਦਾ ਉਧਾਰ ਕਰਨ ਵਾਲੇ, ਸ਼ਰਨ ਆਇਆਂ ਦੀ ਰੱਖਿਆ ਕਰਨ ਵਾਲੇ, ਇਹੋ ਜਿਹੇ ਆਪ ਜੀ ਕਿਰਪਾ ਦੇ ਖਜ਼ਾਨੇ ਤੇ ਦਿਆਲੂ ਹੋ। ਅੰਧਕੂਪ ਤੇ ਉਦਰ ਕਰਤੇ ਸਗਲ ਘਟ ਪ੍ਰਤਪਾਲਾ। ਘਟਾਂ ਦੀ ਪਾਲਣਾ ਕਰਨ ਵਾਲੇ, ਹਰੇਕ ਹਿਰਦੇ ਨੂੰ ਪਾਲਣ ਵਾਲੇ, ਹਰੇਕ ਜੀਵ ਜੰਤੂ ਨੂੰ ਪਾਲਣ ਵਾਲੇ ਪ੍ਰਮਾਤਮਾ, ਮੈਂ ਅੰਧੇ ਖੂਹ ਦੇ ਵਿੱਚ ਡਿੱਗਦਾ ਪਿਆ। ਅੰਨਾ ਖੂਹ ਕੀ ਹੈ? ਸੰਸਾਰ। ਮੈਂ ਸੰਸਾਰ ਵਿੱਚ ਡਿੱਗਦਾ ਪਿਆ। ਮੋਹ ਨਿਗਰਤ ਹਮ ਜਾਤੇ, ਮੈਂ ਮੋਹ ਦੇ ਵਿੱਚ ਇਸ ਸੰਸਾਰ ਦੇ ਖੂਹ ਵਿੱਚ ਡਿੱਗਦਾ ਪਿਆ। ਆਪ ਜੀ ਕਿਰਪਾ ਕਰਕੇ ਮੈਨੂੰ ਕੱਢ ਲੈਣਾ ਕਰੋ। ਸਰਨ ਤੇਰੀ ਕੱਟ ਮਹਾਬੇੜੀ ਇੱਕ ਨਾਮ ਦੇ ਆਧਾਰਾ। ਵੱਡੀ ਬੇੜੀ ਹੈ ਨਾ ਮੋਹ ਦੀ, ਵੱਡੀ ਬੇੜੀ ਕੀ ਹੈ? ਅਗਿਆਨਤਾ ਦੀ। ਗੁਰੂ ਪਾਤਸ਼ਾਹ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ, ਮੈਨੂੰ ਨਾਮ ਦਾ ਆਸਰਾ ਦੇ ਕੇ ਇਸ ਮੋਹ ਦੀ ਬੇੜੀ ਨੂੰ ਕਿਰਪਾ ਕਰਕੇ ਆਪ ਜੀ ਕੱਟ ਦੇਣਾ ਕਰੋ। ਬਿਨਵੰਤ ਨਾਨਕ ਕਰਦੇ ਰਾਖੋ ਗੋਬਿੰਦ ਇੰਦਾਰਾ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀਆਂ ਦਾ ਬਚਨ ਹੈ, ਸੰਤਾਂ ਦੀ ਆਪਾਂ ਵਿਚਾਰ ਸਰਵਨ ਕਰ ਰਹੇ ਹਾਂ। ਸੰਤ ਨਾਮ ਬਾਣੀ ਦਾ ਸਤਿਗੁਰੂ ਜੀ ਹਰੇਕ ਪੌੜੀ ਦੇ ਪਿੱਛੇ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਨਾਮ ਦੀ ਮੋਹਰ ਛਾਪ ਇੱਥੇ ਵਰਤਦੇ ਪਏ। ਕਹਿਣ ਲੱਗੇ ਬਿਨਵੰਤ ਨਾਨਕ ਕਰ ਦੇ ਰਾਖੋ। ਸਤਿਗੁਰੂ ਜੀ ਫਰਮਾਉਂਦੇ ਨੇ ਐ ਪ੍ਰਮਾਤਮਾ ਸਾਨੂੰ ਆਪਣਾ ਕਿਰਪਾ ਦਾ ਹੱਥ ਦੇ ਕੇ ਆਪ ਜੀ ਰੱਖ ਲੈਣਾ ਕਰੋ, ਕਿਉਂਕਿ ਗੋਬਿੰਦ ਦੀਨ ਦਿਆਲਾ, ਆਪ ਜੀ ਦੀਨਾਂ ਤੇ ਦਿਆਲਤਾ ਕਰਨ ਵਾਲੇ ਹੋ। ਗੋਬਿੰਦ ਧਰਤੀ ਨੂੰ ਪਾਲਣ ਵਾਲੇ ਹੋ, ਕਿਰਪਾ ਕਰਕੇ ਸਾਨੂੰ ਹੱਥ ਦੇ ਕੇ ਰੱਖ ਲੈਣਾ ਕਰੋ। ਸੋ ਦਿਨ ਸਫਲ ਗਣਿਆ ਹਰ ਪ੍ਰਭ ਮਿਲਾਇਆ ਰਾਮ। ਪਰਮਾਤਮਾ ਮਿਲ ਜਾਂਦਾ ਦਿਨ ਉਹ ਸਫਲਾ ਹੈ। ਕਈ ਵਾਰੀ ਆਪਾਂ ਆਖਦੇ ਅੱਜ ਵਾਰ ਬੜਾ ਚੰਗਾ, ਅੱਜ ਦਿਨ ਬੜਾ ਚੰਗਾ ਹੈ, ਪਰ ਅਸਲ ਵਿੱਚ ਦਿਨ ਉਹ ਚੰਗਾ ਹੈ, ਵਾਰ ਉਹ ਚੰਗਾ ਹੈ ਜਿਸ ਵੇਲੇ ਪਰਮਾਤਮਾ ਮਿਲਦਾ ਹੈ। ਸੋ ਦਿਨ ਸਫਲ ਗਣਿਆ, ਉਹ ਦਿਨ ਮੇਰਾ ਅੱਜ ਸਫਲਾ ਹੋ ਗਿਆ ਜਿਸ ਦਿਨ ਮੈਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਹੈ। ਮੇਰਾ ਉਹ ਦਿਨ ਸਫਲਾ ਹੋ ਗਿਆ ਜਦੋਂ ਮੈਂ ਨਿਤਨੇਮ ਕੀਤਾ, ਜਦੋਂ ਮੈਂ ਗੁਰਬਾਣੀ ਪੜ੍ਹੀ ਹੈ। ਮੇਰਾ ਉਹ ਦਿਨ ਸਫਲਾ ਗਿਣਿਆ ਗਿਆ
ਜਿਸ ਵੇਲੇ ਮੈਨੂੰ ਪਰਮੇਸ਼ਰ ਆ ਕੇ ਮਿਲਿਆ ਹੈ। ਸਭ ਸੁਖ ਪ੍ਰਗਟਿਆ ਦੁਖ ਦੂਰ ਪਰਾਇਆ ਰਾਮ। ਸੁਖ ਪ੍ਰਾਪਤ ਹੋ ਗਏ ਤੇ ਜਿੰਨੇ ਦੁੱਖ ਨੇ ਤਮਾਮ ਦੁਨੀਆ ਦੇ ਦੂਰ ਚਲੇ ਜਾਂਦੇ ਹਨ। ਸੁਖ ਸਹਿਜ ਆਨੰਦ ਬਿਨੋਦ ਸਾਧੀ ਗੁਣ ਗੋਪਾਲਾ ਨਿਤ ਗਾਇਆ। ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਨੇ ਗੋਬਿੰਦ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਹੈ, ਜਿਹੜਾ ਦੁਨੀਆ ਨੂੰ ਪਾਲਣ ਵਾਲਾ ਹੈ, ਜਿਹੜਾ ਉਸ ਦੇ ਗੁਣਾਂ ਨੂੰ ਗਾਉਂਦਾ ਹੈ, ਉਸ ਨੂੰ ਸੁਖ ਸਹਿਜ ਅਚੁੱਤ ਸੁਖ ਦੀ ਪ੍ਰਾਪਤੀ ਹੁੰਦੀ ਹੈ। ਅਚੁੱਤ ਸੁਖ ਉਹ ਹੁੰਦਾ ਜਿਹੜਾ ਕਦੇ ਮੁੱਕੇ ਨਾ। ਹੁਣ ਦੁਨੀਆ ਦਾ ਸਾਨੂੰ ਸੁਖ ਮਿਲਦਾ ਨਾ, ਕੋਈ ਵਸਤੂ ਮਿਲਦੀ ਅਸੀਂ ਬੜੇ ਖੁਸ਼ ਹੁੰਦੇ, ਪਰ ਥੋੜ੍ਹੇ ਸਮੇਂ ਬਾਅਦ ਦੁੱਖ ਵੀ ਆ ਸਕਦਾ, ਮੌਤ ਵੀ ਆ ਸਕਦੀ ਹੈ, ਬਿਪਤਾ ਵੀ ਪੈ ਸਕਦੀ ਹੈ। ਇਹ ਦੁਨਿਆਵੀ ਸੁੱਖ ਜਿਹੜੇ ਨੇ ਕੁਝ ਦਿਨਾਂ ਦੇ ਨੇ, ਕੁਝ ਸਾਲਾਂ ਦੇ ਨੇ, ਫਿਰ ਅੱਗੇ ਗਾਂ ਦੁੱਖ ਆਉਣ ਵਾਲਾ ਹੈ। ਪਰਮਾਤਮਾ ਦੀ ਪ੍ਰਾਪਤੀ ਜਿਹੜੀ ਹੈ ਅਚੁੱਤ ਸੁੱਖ ਹੈ, ਜਿਹੜਾ ਕਦੇ ਨਹੀਂ ਮੁੱਕਣ ਵਾਲਾ। ਜਿਸ ਸੁੱਖ ਤੋਂ ਮਗਰੋਂ ਦੁੱਖ ਆਉਂਦਾ ਹੀ ਨਹੀਂ ਹੈ, ਦੁੱਖ ਖਤਮ ਹੀ ਹੋ ਜਾਂਦਾ ਹੈ। ਉਹਨੂੰ ਕਿਹਾ ਜਾਂਦਾ ਸੁੱਖ ਸਹਿਜ, ਨਾ ਮੁੱਕਣ ਵਾਲਾ ਸੁੱਖ। ਤੇ ਆਨੰਦ ਦੇ ਜਿਹੜੇ ਬਨੋਦ ਕੌਤਕ ਨੇ ਸਦਾ ਹੀ ਪ੍ਰਾਪਤ ਹੁੰਦੇ ਉਹਨਾਂ ਗੁਰਮੁਖਾਂ ਨੂੰ ਜਿਨ੍ਹਾਂ ਨੇ ਗੋਪਾਲ ਦੇ ਗੁਣਾਂ ਨੂੰ ਗਾਇਆ ਹੈ। ਭਾਈ ਸਾਧ ਸੰਗੇ ਮਿਲੇ ਰੰਗੇ ਬਹੁ ਜੋ ਨਾ ਧਾਈਆ। ਭਾਈ ਸਤ ਸੰਗਤ ਵਿੱਚ ਕੀ ਕਰਨਾ ਚਾਹੀਦਾ? ਆਪਾਂ ਸੰਗਤ ਵਿੱਚ ਆਏ ਹਾਂ, ਕੀ ਕਰਨਾ ਚਾਹੀਦਾ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਜ ਸਾਧ ਸੰਗੇ। ਭਜ ਤੋਂ ਭਾਵ ਹੁੰਦਾ ਭਜਨ ਕਰਨਾ। ਸਾਧ ਸੰਗਤ ਵਿੱਚ ਬੈਠ ਕੇ ਭਜਨ ਕਰ, ਸਾਧ ਸੰਗਤ ਵਿੱਚ ਬੈਠ ਕੇ ਸਿਮਰਨ ਕਰ। ਜਦੋਂ ਸਿਮਰਨ ਕਰੇਗਾ ਫਿਰ ਮਿਲੇ ਰੰਗੇ, ਉਹ ਜਿਹੜਾ ਅਨੇਕਾਂ ਰੰਗਾਂ ਵਿੱਚ ਸਮਾਇਆ ਹੋਇਆ ਪਰਮਾਤਮਾ ਉਹ ਤੈਨੂੰ ਮਿਲੇਗਾ। ਰੰਗ ਨਾਮ ਪ੍ਰੇਮ ਦਾ, ਜਿਹੜਾ ਪ੍ਰੇਮ ਰੂਪ ਹੋ ਕੇ ਸਾਰਿਆਂ ਵਿੱਚ ਬੈਠਾ ਹੋਇਆ ਉਹ ਤੈਨੂੰ ਪਰਮਾਤਮਾ ਮਿਲ ਜਾਏਗਾ। ਇਹ ਪਾਤਸ਼ਾਹ ਕਹਿਣ ਲੱਗੇ ਬਹੁੜ ਜੋਨ ਨਾ ਧਾਈਐ। ਤੈਨੂੰ ਵਾਰ-ਵਾਰ ਜਨਮਾਂ ਵਿੱਚ ਆਉਣਾ ਨਹੀਂ ਪਵੇਗਾ, ਜਨਮਾਂ ਵਿੱਚ ਦੌੜ ਨਹੀਂ ਲਾਉਣੀ ਪਵੇਗੀ, ਜਨਮਾਂ ਵਿੱਚ ਭੱਜਣਾ ਨਹੀਂ ਪਵੇਗਾ, ਕਿਉਂਕਿ ਤੂੰ ਗੁਰੂ ਦੀ ਸ਼ਰਨ ਵਿੱਚ ਪ੍ਰਾਪਤ ਹੋਇਆ ਹੈ। ਗੈ ਕੰਠ ਲਾਏ ਸਹਿਜ ਸੁਭਾਏ ਆਦ ਅੰਕੁਰ ਆਇਆ। ਗੁਰੂ ਜੀ ਬਖਸ਼ਿਸ਼ ਕਰਦੇ ਪਿਛਲੇ ਜਨਮਾਂ ਦੇ ਕੀਤੇ ਹੋਏ ਚੰਗੇ ਕਰਮਾਂ ਦਾ ਜਦੋਂ ਅੰਕੁਰ ਫੁੱਟਦਾ ਹੈ ਨਾ, ਪਿਛਲੇ ਜਨਮਾਂ ਵਿੱਚ ਕੋਈ ਚੰਗਾ ਕਰਮ ਕੀਤਾ ਹੈ, ਜਦੋਂ ਉਸ ਕੀਤੇ ਹੋਏ ਕਰਮ ਦਾ ਫਲ ਮਿਲਣ ਦਾ ਸਮਾਂ ਆਉਂਦਾ ਤੇ ਪਾਤਸ਼ਾਹ ਕਹਿਣ ਲੱਗੇ ਉਸ ਵੇਲੇ ਪਰਮਾਤਮਾ ਨੇ ਸਹਿਜ ਸੁਭਾਵਕ ਹੀ ਤੈਨੂੰ ਫੜ ਕੇ ਆਪਣੇ ਗਲ ਦੇ ਨਾਲ ਲਾ ਲੈਣਾ। ਜੇ ਕੋਈ ਬੰਦਾ ਇਹ ਗੱਲ ਆਖੇ ਨਾ ਵੀ ਮੈਂ ਆਪਣੀ ਮਰਜ਼ੀ ਦੇ ਨਾਲ ਰੱਬ ਨੂੰ ਮਿਲ ਪਾਵਾਂਗਾ, ਮਰਜ਼ੀ ਨਾਲ ਕੋਈ ਨਹੀਂ ਮਿਲਿਆ ਜਾਣਾ। ਮਿਲਿਆ ਉਦੋਂ ਜਾਣਾ ਹੈ ਜਦੋਂ ਪਰਮਾਤਮਾ ਨੇ ਤੇਰਾ ਕੋਈ ਕਰਮ ਵੇਖ ਕੇ ਤੇਰੇ ਤੇ ਖੁਸ਼ੀ ਕੀਤੀ, ਫਿਰ ਉਹ ਆਪਣੇ ਗਲ ਦੇ ਨਾਲ ਲਾ ਲੈਂਦਾ ਹੈ। ਬਿਨਵੰਤ ਨਾਨਕ ਆਪ ਮਿਲਿਆ ਭੌਰ ਕਤੂ ਨ ਜਾਇਆ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਨੂੰ ਪਰਮਾਤਮਾ ਇੱਕ ਵਾਰੀ ਮਿਲ ਜਾਂਦਾ, ਇੱਕ ਵਾਰੀ ਮਿਲਣ ਦੀ ਗੱਲ ਹੈ, ਵਾਰ-ਵਾਰ ਮਿਲਣ ਦੀ ਗੱਲ ਨਹੀਂ ਹੈ। ਬਿਨਵੰਤ ਨਾਨਕ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਭਾਈ ਜਿਨ੍ਹਾਂ ਨੂੰ ਪਰਮਾਤਮਾ ਇੱਕ ਵਾਰੀ ਮਿਲ ਗਿਆ ਬਹੁੜ ਨਾ ਕਤਹੂ ਜਾਇਆ, ਫਿਰ ਉਹ ਕਿਤੇ ਜਾਂਦੇ ਹੀ ਨਹੀਂ, ਨਾ ਉਹਨਾਂ ਨੂੰ ਜਨਮਾਂ ਵਿੱਚ ਜਾਣ ਦਿੰਦਾ, ਨਾ